ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਜਵਾਬ ਭਾਗ 37ਵਾਂ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋਇਆ ਹਾਂ। ਦਾਸ ਇੰਦਰ ਸਿੰਘ ਘੱਗਾ ਤਤ ਗੁਰਮਤ ਗਿਆਨ ਟੀਵੀ YouTube ਚੈਨਲ ਵੱਲੋਂ ਜੋ ਸਾਂਝੇ ਤੌਰ 'ਤੇ ਚਲਾਇਆ ਜਾ ਰਿਹਾ ਹੈ, ਨੌਜਵਾਨਾਂ ਵੱਲੋਂ ਸਾਂਝੀ ਟੀਮ ਬਣਾ ਕੇ ਉਸ ਦੇ ਤਹਿਤ ਦਾਸ ਸੇਵਾ 'ਤੇ ਹਾਜ਼ਰ ਹੋਇਆ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਸੇ ਤਰ੍ਹਾਂ ਕੁਝ ਨਾ ਕੁਝ ਸਿੱਖਿਆ ਇਹਨਾਂ ਸਵਾਲਾਂ ਜਵਾਬਾਂ ਦੇ ਰਾਹੀਂ ਮਿਲਦੀ ਰਹੇਗੀ। ਸਿੱਖਣ ਦਾ ਜੋ ਸਲੀਕਾ ਹੈ ਅਤੇ ਸਿੱਖਣ ਦੀ ਇੱਛਾ ਹੈ, ਇਹ ਲਗਾਤਾਰ ਸਾਡੇ ਅੰਦਰ ਬਣੀ ਰਹਿਣੀ ਚਾਹੀਦੀ ਹੈ। ਅੰਤਮ ਸੱਚ ਅਸੀਂ ਕਦੀ ਵੀ ਕੋਈ ਬੰਦਾ ਨਹੀਂ ਪਾ ਸਕਦਾ। ਇਹ ਤਾਂ ਗਿਆਨ ਇੰਨਾ, ਦਿਮਾਗ ਇੰਨਾ ਅੱਗੇ ਤੋਂ ਅੱਗੇ ਪਿਆ, ਖੋਜਾਂ ਇੰਨੀਆਂ ਅੱਗੇ ਤੋਂ ਅੱਗੇ ਪਈਆਂ ਨੇ। ਵੱਡੇ ਵੱਡੇ ਵਿਗਿਆਨੀ ਜਿਨ੍ਹਾਂ ਨੇ ਅਤਿਅੰਤ ਉੱਚੇ ਪੱਧਰ ਦੀਆਂ ਖੋਜਾਂ ਕੀਤੀਆਂ ਨੇ, ਉਹ ਵੀ ਅਜੇ ਕਹਿ ਕੇ ਗਏ ਨੇ ਕਿ ਹੋਰ ਬਹੁਤ ਕੁਝ ਹਾਲੇ ਲੱਭਣ ਵਾਲਾ ਪਿਆ। ਸੋ ਅਸੀਂ ਆਪਣਾ ਮਾਨਸਿਕ ਵਿਕਾਸ ਲਗਾਤਾਰ ਕਰਦੇ ਰਹੀਏ ਤਾਂ ਕਿ ਅਸੀਂ ਵੀ ਦੁਨੀਆ ਦੇ ਵਿੱਚ ਕੁਝ ਪਛਾਣ ਬਣਾ ਸਕੀਏ ਅਤੇ ਲੋਕਾਂ ਨੂੰ ਕੁਝ ਚੰਗਾ ਜੀਵਨ ਨੂੰ ਸੁਚੱਜਾ ਬਣਾਉਣ ਵਾਲਾ ਦੇ ਸਕੀਏ। ਅਤੇ ਆਓ ਸਵਾਲ ਨੰਬਰ 371 ਭਾਈ ਗੁਰਦਿਆਲ ਸਿੰਘ ਜਰਮਨੀ, ਇਹਨਾਂ ਦਾ ਸਵਾਲ ਹੈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਈ। ਇਹ ਜਿਹੜੇ ਪੰਕਤੀਆਂ ਆਈਆਂ ਨੇ ਜਪਜੀ ਸਾਹਿਬ ਦੇ ਵਿੱਚ, ਇਹਨਾਂ ਦੇ ਕੀ ਅਰਥ ਨੇ? ਕੀ ਗੁਰੂ ਸਾਹਿਬ ਇਹਨਾਂ ਦੇਵੀ ਦੇਵਤਿਆਂ ਨੂੰ ਮੰਨਦੇ ਸਨ, ਸਵੀਕਾਰ ਕਰਦੇ ਸਨ? ਗੁਰੂ ਪਿਆਰ ਵਾਲਿਓ, ਜਿਹੜੀਆਂ ਚੀਜ਼ਾਂ ਸਾਡੇ ਸਮਾਜ 'ਚ, ਬੋਲੀ 'ਚ, ਸੱਭਿਆਚਾਰ ਦੇ ਵਿੱਚ ਪ੍ਰਚਲਿਤ ਹੁੰਦੀਆਂ ਨੇ, ਉਹਨਾਂ ਦੇ ਹਵਾਲੇ ਦੇ ਕੇ ਗੱਲਾਂ ਸਮਝਾਉਣ ਦੇ ਇਹ ਤਰੀਕੇ ਹੁੰਦੇ ਨੇ। ਗੁਰੂ ਸਾਹਿਬ ਨੇ ਇਹਨਾਂ ਨੂੰ ਕਦੀ ਵੀ ਮਾਨਤਾ ਨਹੀਂ ਦਿੱਤੀ। ਇੱਥੇ ਗੁਰੂ ਸਾਹਿਬ ਦਾ ਕਥਨ ਹੈ ਕਿ ਤੁਸੀਂ ਮੰਨਦੇ ਹੋ ਕਿ ਗੁਰਮੁਖ ਨਾਦੰ, ਤੁਸੀਂ ਨਾਦ ਵੇਦ ਦਾ ਮਾਲਕ ਆਪਣੇ ਗੁਰੂ ਵੱਖੋ ਵੱਖਰੇ ਧਾਰਨ ਕੀਤੇ ਹੋਏ ਨੇ। ਕੋਈ ਵੇਦਾਂ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਕੋਈ ਕਿਸੇ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੂੰ ਆਪਣਾ ਗੁਰੂ ਮੰਨਦਾ, ਆਗੂ ਮੰਨਦਾ। ਇਹ ਦੇਵੀ ਦੇਵਤੇ ਬੇਅੰਤ ਨੇ, ਗਿਣਤੀ ਤੋਂ ਬਾਹਰੇ ਨੇ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਆਪਣਾ ਗੁਰੂ ਗਿਆਨ ਨੂੰ ਬਣਾਇਆ ਹੋਇਆ। ਸਾਰੀ ਕਾਇਨਾਤ ਨੂੰ ਕਿਵੇਂ ਬਣਾਇਆ, ਕਿਹਨੇ ਬਣਾਇਆ, ਇਹ ਤਾਂ ਭਾਵੇਂ ਨਾ ਦੱਸਿਆ ਜਾ ਸਕਦਾ ਹੋਵੇ, ਪਰ ਇਹ ਜਿਹੜਾ ਇੱਕ ਬੇਅੰਤ ਵੱਡਾ ਨਿਯਮ ਚੱਲ ਰਿਹਾ, ਸਾਰੀ ਕੁਦਰਤ ਨੂੰ ਚਲਾਉਣ ਦਾ, ਜੀਵਾਂ ਜੰਤਾਂ ਦੇ ਪੈਦਾ ਹੋਣ ਦਾ, ਉਹਨਾਂ ਦੇ ਬਣਨ ਦਾ, ਖਤਮ ਹੋਣ ਦਾ ਜੋ ਐਡਾ ਵੱਡਾ ਪ੍ਰਬੰਧ ਹੈ, ਇਹਦੇ ਪਿੱਛੇ ਕੌਣ ਹੈ, ਕਿਵੇਂ ਹੈ, ਇਹ ਤਾਂ ਦੱਸਿਆ ਨਹੀਂ ਜਾ ਸਕਦਾ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰੀ ਨਮਸਕਾਰ ਹੈ ਉਸ ਮਹਾਨ ਹਸਤੀ ਨੂੰ, ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਜਿਹੜਾ ਇੱਕ ਸਾਡੇ ਤੁਹਾਡੇ ਸਾਰਿਆਂ ਦੇ ਅੰਦਰ ਹੈ, ਜ਼ਰੇ ਜ਼ਰੇ ਦੇ ਵਿੱਚ ਹੈ, ਕਣ ਕਣ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਬ੍ਰਹਮਾ, ਵਿਸ਼ਨੂੰ ਅਤੇ ਹੋਰ ਦੇਵੀ ਦੇਵਤੇ ਆਦਿਕ, ਮੈਂ ਇਹਨਾਂ ਨੂੰ ਨਹੀਂ ਮੰਨਦਾ। ਮੈਂ ਤਾਂ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਹੁਣ ਇੱਥੇ ਗੁਰੂ ਨਾਨਕ ਸਾਹਿਬ ਤਾਂ ਕਹਿ ਰਹੇ ਨੇ ਜਿਹੜਾ ਇੱਕ ਹੈ ਸਾਰਿਆਂ ਦਾ, ਪਰ ਹੁਣ ਤੁਸੀਂ ਕਦੇ ਸੋਚ ਕੇ ਦੇਖੋ, ਹਿੰਦੂਆਂ ਦਾ ਹੋਰ ਰੱਬ ਹੈ ਜਾਂ ਦੇਵਤੇ ਨੇ, ਮੁਸਲਮਾਨਾਂ ਦਾ ਹੋਰ ਹੈ, ਈਸਾਈਆਂ ਦਾ ਹੋਰ ਹੈ, ਜੈਨੀਆਂ ਦਾ, ਬੋਧੀਆਂ ਦਾ, ਯਹੂਦੀਆਂ ਦਾ। ਗੱਲ ਕੀ, ਆਪੋ ਆਪਣੇ ਕਬੀਲਿਆਂ ਦੇ, ਆਪੋ ਆਪਣੇ ਪਰਿਵਾਰਾਂ ਦੇ ਵੀ ਅੱਡੋ ਅੱਡ ਰੱਬ ਅਤੇ ਦੇਵੀ ਦੇਵਤੇ ਪਏ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੈਂ ਤਾਂ ਭਾਈ ਇੱਕ ਨੂੰ ਮੰਨਣ ਵਾਲਾ, ਮੈਂ ਇੱਕ ਤੋਂ ਵੱਧ ਹੋਰ ਕਿਸੇ ਨੂੰ ਕਦੀ ਨਮਸਕਾਰ ਨਹੀਂ ਕਰਾਂਗਾ। ਜਦੋਂ ਅਸੀਂ ਗੁਰਬਾਣੀ ਦੇ ਵਿੱਚੋਂ ਕਦੀ ਇੱਕ ਅੱਧ ਪੰਕਤੀ ਵਿਚਾਲੋਂ ਲੈ ਲਵਾਂਗੇ ਤਾਂ ਉਹਦੇ ਅਰਥ ਕਦੀ ਵੀ ਸਪਸ਼ਟ ਨਹੀਂ ਹੁੰਦੇ। ਆਮ ਤੌਰ 'ਤੇ ਹਰੇਕ ਪੌੜੀ ਜਾਂ ਹਰੇਕ ਸ਼ਬਦ ਦੇ ਅਖੀਰਲੀਆਂ ਲਾਈਨਾਂ ਦੇ ਵਿੱਚ ਸਾਰੇ ਸ਼ਬਦ ਦਾ ਨਿਚੋੜ ਜਾਂ ਸਾਰਾਂਸ਼ ਹੋਇਆ ਕਰਦਾ। ਇੱਥੇ ਵੀ ਇਸ ਪੌੜੀ 'ਚ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਤਾਂ ਜਿਹੜਾ ਕੋ ਮੰਨਦੇ ਹੋ ਮੰਨੀ ਜਾਓ ਬੇਸ਼ੱਕ, ਪਰ ਮੈਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇੱਕ ਨੂੰ ਮੰਨਦਾ ਹਾਂ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ। ਮੈਂ ਉਹਨੂੰ ਕਦੀ ਨਹੀਂ ਭੁਲਾਉਂਦਾ, ਉਹਦੇ ਨਿਯਮ ਨੂੰ ਸਦਾ ਯਾਦ ਰੱਖਦਾ ਅਤੇ ਮੈਂ ਉਸੇ ਇੱਕ ਨੂੰ ਮੰਨਦਾ ਹਾਂ, ਹੋਰ ਦੇਵੀ ਦੇਵਤਿਆਂ ਨੂੰ ਮੈਂ ਨਹੀਂ ਮੰਨਦਾ। ਸਵਾਲ ਨੰਬਰ 372 ਭਾਈ ਤੇਜਾ ਸਿੰਘ ਬਰੇਟੇ ਤੋਂ, ਜ਼ਿਲ੍ਹਾ ਮਾਨਸਾ, ਇਹਨਾਂ ਦਾ ਸਵਾਲ ਹੈ, ਕਈ ਥਾਵਾਂ 'ਤੇ ਗੁਰਦੁਆਰਿਆਂ ਵਿੱਚ ਦੋਹਰਾ ਪੜ੍ਹਿਆ ਜਾਂਦਾ ਹੈ, ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ ਵਾਲਾ, ਅਤੇ ਕਈਆਂ 'ਤੇ ਨਹੀਂ ਵੀ ਪੜ੍ਹਿਆ ਜਾਂਦਾ। ਇਹਦਾ ਕੀ ਮਤਲਬ ਹੈ? ਠੀਕ ਕੀ ਹੈ ਅਤੇ ਗਲਤ ਕੀ ਹੈ? ਗੁਰੂ ਪਿਆਰ ਵਾਲਿਓ, ਸਾਡੇ ਜੋ ਮੁਖੀ ਚੁਣੇ ਗਏ ਸਨ 100 ਸਾਲ ਪਹਿਲਾਂ,
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਭਾਵੇਂ ਅੱਜ ਉਹ ਆਪਣੇ 100 ਸਾਲਾ ਜਸ਼ਨ ਤਾਂ ਜ਼ਰੂਰ ਮਨਾ ਰਹੇ ਨੇ, ਪਰ ਉਹਨਾਂ ਦੀ ਪ੍ਰਾਪਤੀ ਧੇਲੇ ਦੀ ਨਹੀਂ ਹੈ। ਉਹ ਵੀ ਸਾਧਾਂ ਵਰਗੇ ਬਣ ਕੇ ਰਹਿ ਗਏ ਨੇ। ਅੱਜ ਤੱਕ 100 ਸਾਲਾਂ ਦੇ ਵਿੱਚ ਉਹ ਇੱਕ ਪ੍ਰਮਾਣਿਤ ਸਿੱਖ ਰਹਿਤ ਮਰਿਆਦਾ, ਜਿਹੜੀ ਕਿ ਸਾਰੇ ਸਿੱਖਾਂ ਨੂੰ ਪ੍ਰਵਾਨ ਹੋਵੇ ਤੇ ਸਾਰੇ ਸਿੱਖਾਂ ਨੂੰ ਚੰਗੀ ਲੱਗਦੀ ਹੋਵੇ, ਇਹੋ ਜਿਹੀ ਸਿੱਖ ਰਹਿਤ ਮਰਿਆਦਾ ਵੀ 100 ਸਾਲਾਂ ਦੇ ਵਿੱਚ ਤਿਆਰ ਨਹੀਂ ਕਰ ਸਕੇ ਤੇ ਸਾਰੇ ਗੁਰਦੁਆਰਿਆਂ 'ਚ ਇਕਸਾਰਤਾ ਨਹੀਂ ਲਿਆ ਸਕੇ। ਸਾਧਾਂ ਦੇ ਬੇਅੰਤ ਡੇਰੇ ਆਪੋ ਆਪਣੀਆਂ ਮਰਿਆਦਾ ਵਾਲੇ ਪੰਜਾਬ 'ਚ ਅਤੇ ਪੰਜਾਬ ਤੋਂ ਬਾਹਰ ਵਿਦੇਸ਼ਾਂ ਦੇ ਵਿੱਚ ਬਣ ਚੁੱਕੇ ਹੋਏ ਨੇ। ਅਖੌਤੀ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਪ੍ਰਚਾਰਕ, ਕੀਰਤਨੀਏ ਉਹਨਾਂ ਥਾਵਾਂ 'ਤੇ ਜਾ ਕੇ ਉਹਨਾਂ ਸਾਧਾਂ ਦੀ ਪ੍ਰਸ਼ੰਸਾ ਵੀ ਕਰ ਆਉਂਦੇ ਨੇ, ਲਿਫਾਫੇ ਭਰ ਕੇ ਮਾਇਆ ਵੀ ਲੈ ਆਉਂਦੇ ਨੇ, ਪਰ ਉਹਨਾਂ ਦੇ ਜੋ ਮਨਮਤ ਉੱਥੇ ਹੋ ਰਹੀ ਹੈ ਡੇਰਿਆਂ 'ਚ, ਗੁਰਦੁਆਰਿਆਂ 'ਚ, ਉਹਦੇ ਵਿਰੁੱਧ ਕਦੀ ਇੱਕ ਅੱਖਰ ਤੱਕ ਨਹੀਂ ਬੋਲਦੇ। ਕੋਈ ਇਹੋ ਜਿਹਾ ਸਿਸਟਮ ਅੱਜ ਤੱਕ ਸ਼੍ਰੋਮਣੀ ਕਮੇਟੀ ਨੇ ਨਹੀਂ ਉਸਾਰਿਆ ਕਿ ਲੋਕਾਂ ਨੂੰ ਗੁਰਮਤ ਦਾ ਗਿਆਨ ਦਿੱਤਾ ਜਾਵੇ, ਦੁਨਿਆਵੀ ਵਿੱਦਿਆ ਵਧੀਆ ਢੰਗ ਦੇ ਨਾਲ ਸਸਤੇ ਖਰਚੇ 'ਤੇ ਨੌਜਵਾਨਾਂ ਨੂੰ ਪੜ੍ਹਾਈ ਜਾਵੇ, ਦੇਸ਼ ਵਿਦੇਸ਼ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ, ਦੁਨੀਆ ਭਰ ਦੇ ਸਿੱਖਾਂ ਦਾ ਰਿਕਾਰਡ ਆਪਣੇ ਕੋਲ ਰੱਖਿਆ ਜਾਵੇ। ਜਿੱਥੇ ਕਿਤੇ ਕੋਈ ਮੁਸੀਬਤ ਆਉਂਦੀ ਹੈ, ਅੱਜ ਵਟਸਐਪ ਰਾਹੀਂ, ਈਮੇਲ ਰਾਹੀਂ ਜਾਂ ਹੋਰ ਅਨੇਕਾਂ ਢੰਗਾਂ ਦੇ ਰਾਹੀਂ, ਫੇਸਬੁੱਕ ਵਗੈਰਾ ਦੇ ਰਾਹੀਂ ਆਪਣੀਆਂ ਮੁਸ਼ਕਲਾਂ ਸ਼੍ਰੋਮਣੀ ਕਮੇਟੀ ਨੂੰ ਭੇਜੀਆਂ ਜਾਣ ਤੇ ਇਹਨਾਂ ਦਾ ਇੱਕ ਵਿਭਾਗ ਹੋਵੇ, ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦਾ ਯਤਨ ਕਰੇ, ਪਰ ਕੁਝ ਵੀ ਨਹੀਂ ਕੀਤਾ ਗਿਆ। ਸੋ ਇਹ ਦੋਹਰਾ ਦਰਬਾਰ ਸਾਹਿਬ ਦੇ ਵਿੱਚ ਵੀ ਆਗਿਆ ਭਾਈ ਅਕਾਲ ਕੀ ਨਹੀਂ ਪੜ੍ਹਿਆ ਜਾਂਦਾ, ਅਕਾਲ ਤਖਤ 'ਤੇ ਪੜ੍ਹ ਲਿਆ ਜਾਂਦਾ। ਕਿੰਨੇ ਸਾਰੇ ਡੇਰਿਆਂ ਦੇ ਵਿੱਚ ਇਹ ਨਹੀਂ ਪੜ੍ਹਿਆ ਜਾਂਦਾ ਤੇ ਬਹੁਤ ਸਾਰੇ ਗੁਰਦੁਆਰਿਆਂ 'ਚ ਪੜ੍ਹ ਲਿਆ ਜਾਂਦਾ। ਤੋ ਗੱਲ ਇਹ ਹੈ ਕਿ ਹਰ ਸਿੱਖ ਦੀ ਹਰੇਕ ਮਰਿਆਦਾ ਬਾਰੇ ਆਪੋ ਆਪਣੀ ਮਰਜ਼ੀ ਚੱਲ ਰਹੀ ਹੈ ਤੇ ਇੱਥੇ ਇਹ ਧਿਆਨ ਜ਼ਰੂਰ ਰਵੇ ਕਿ ਅਸੀਂ ਗੁਰਬਾਣੀ ਨੂੰ ਪ੍ਰਥਮ ਜਾਣਨਾ ਹੈ, ਬਾਕੀ ਗੱਲਾਂ ਸਭ ਇਦੋਂ ਥੱਲੇ ਨੇ। ਜੇ ਕੋਈ ਪੜ੍ਹਦਾ ਜਾਂ ਨਹੀਂ ਪੜ੍ਹਦਾ, ਝਗੜਾ ਆਪਾਂ ਨਹੀਂ ਕਰਨਾ, ਪ੍ਰੇਰਨਾ ਕਰਨੀ ਹੈ ਕਿ ਇਕਸਾਰਤਾ ਲਿਆਂਦੀ ਜਾਵੇ ਤੇ ਆਪਾਂ ਸਾਰੇ ਇਕਸਾਰਤਾ ਨਾਲ ਦੋਹਰਾ ਪੜ੍ਹ ਲਿਆ ਕਰੀਏ। ਪਰ ਦੋਹਰੇ ਦੇ ਸਿਰਫ 3 ਬੰਦ ਨੇ। ਇਹ ਤਾਂ ਅੱਗੇ ਵੀ ਸਾਧਾਂ ਨੇ ਬਹੁਤ ਕੁਝ ਜੋੜਿਆ ਹੋਇਆ। 3 ਬੰਦਾਂ ਤੋਂ ਅੱਗੇ ਜਾ ਕੇ ਨਾਨਕ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਇਹ ਦੋਹਰੇ ਦੇ ਨਾਲ ਹੋਰ ਕਈ ਕੁਝ ਵੀ ਆਪਣੀ ਮਨਮਰਜ਼ੀ ਨਾਲ ਜੋੜਿਆ ਹੋਇਆ। ਤੇ ਕਈ ਸਾਰੇ ਡੇਰੇਦਾਰ ਤਾਂ ਜਿਵੇਂ ਨਾਨਕ ਸਰੀਏ ਨੇ, ਇਹ ਤਾਂ ਨਿਸ਼ਾਨ ਸਾਹਿਬ ਵੀ ਨਹੀਂ ਲਾਉਂਦੇ ਤੇ ਆਪਣੇ ਸਾਧ ਬਾਬਿਆਂ ਦੀਆਂ ਜਿਹੜੀਆਂ ਇਹਨਾਂ ਨੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਚੱਪਲਾਂ, ਖੜਾਵਾਂ, ਚੋਲੇ, ਕਈ ਕੁਝ ਸਾਂਭ ਕੇ ਰੱਖਿਆ ਹੋਇਆ, ਉਹਨਾਂ ਦੇ ਦਰਸ਼ਨ ਵੀ ਕਰਾਈ ਜਾਂਦੇ ਨੇ। ਤੇ ਇਸੇ ਤਰ੍ਹਾਂ ਬਾਬੇ ਦੀ ਮੂਰਤੀ ਬਣਾ ਕੇ ਉਹਨੂੰ ਗੁਰੂ ਨਾਨਕ ਦੀ ਮੂਰਤੀ ਵੀ ਦੱਸੀ ਜਾਂਦੇ ਨੇ ਤੇ ਭੋਰੇ ਦੇ ਵਿੱਚ ਲਿਜਾ ਕੇ ਉਹ ਦਰਸ਼ਨ ਕਰਾਉਂਦੇ ਨੇ। ਕਹਿੰਦੇ ਜੀ ਪਹਿਲਾਂ ਤੁਸੀਂ ਇੰਨੇ ਸੁਖਮਨੀ ਸਾਹਿਬ ਦੇ, ਜਪਜੀ ਸਾਹਿਬ ਦੇ ਪਾਠ ਕਰਨ ਦਾ ਵਾਅਦਾ ਕਰੋ, ਫਿਰ ਤੁਹਾਨੂੰ ਭੋਰੇ 'ਚ ਲੈ ਕੇ ਅੰਦਰ ਦੀਆਂ ਚੀਜ਼ਾਂ ਦੇ ਦਰਸ਼ਨ ਕਰਾਵਾਂਗੇ। ਇਹ ਬਹੁਤ ਕੂੜ ਕਵਾੜ ਅਡੰਬਰ ਸਿੱਖਾਂ ਦੇ ਖੋਪੜਿਆਂ 'ਚ ਪਾ ਦਿੱਤਾ ਹੋਇਆ ਤੇ ਅਸੀਂ ਆਮ ਸਿੱਖ ਸਟੱਡੀ ਨਹੀਂ ਕਰਦਾ, ਆਪਣੇ ਦਿਮਾਗ ਦੀ ਵਰਤੋਂ ਨਹੀਂ ਕਰਦਾ, ਕਦੀ ਉਧਰ ਨੂੰ ਦੌੜ ਪੈਂਦਾ, ਕਦੀ ਉਧਰ ਨੂੰ ਦੌੜ ਪੈਂਦਾ, ਖੁਦ ਫੈਸਲਾ ਲਾਉਣ ਦੀ ਸਮਰੱਥਾ ਨਹੀਂ ਰਹੀ। ਤੇ ਸ਼੍ਰੋਮਣੀ ਕਮੇਟੀ ਫੈਸਲੇ ਕਰਾਉਣ ਤੋਂ, ਇਕਸਾਰਤਾ ਲਿਆਉਣ ਤੋਂ ਬਿਲਕੁਲ ਭੱਜ ਚੁੱਕੀ ਹੈ, ਮੁਨਕਰ ਹੋ ਚੁੱਕੀ ਹੈ। ਸੋ ਇਹਨਾਂ ਦੋਹਰਿਆਂ ਦੇ ਕਾਰਨ ਕੋਈ ਵਿਵਾਦ ਆਪ ਨਾ ਛੇੜਿਆ ਜਾਵੇ, ਪਿਆਰ ਦੇ ਨਾਲ ਗੁਰਬਾਣੀ ਪੜ੍ਹਨ ਵਾਲੇ ਪਾਸੇ ਸੰਗਤਾਂ ਨੂੰ ਤੋਰਿਆ ਜਾਵੇ। ਆਪ ਗੁਰਬਾਣੀ ਦੀ ਸਟੱਡੀ ਕਰੀਏ ਤੇ ਆਪਣੇ ਘਰ ਦਾ ਮਾਹੌਲ ਗੁਰਮਤ ਅਨੁਸਾਰ ਬਣਾਉਣ ਦਾ ਉਪਰਾਲਾ ਕਰੀਏ ਅਤੇ ਵੱਧ ਤੋਂ ਵੱਧ ਗਿਆਨ ਲੈ ਕੇ ਸਿਆਣੇ ਇਨਸਾਨ ਬਣੀਏ ਤੇ ਜਿਹਨੂੰ ਗੱਲ ਸਮਝਾਉਣੀ ਹੈ ਪਿਆਰ ਭਰੇ ਤਰੀਕੇ ਨਾਲ ਸਮਝਾਈਏ ਕਿ ਆਹ ਚੀਜ਼ ਆਪਣੇ ਵਾਸਤੇ ਫਾਇਦੇਮੰਦ ਹੈ ਤੇ ਆਹ ਆਪਣੇ ਵਾਸਤੇ ਨੁਕਸਾਨਦੇਹ ਹੈ। ਆਹ ਸਾਨੂੰ ਗੁਰਬਾਣੀ ਦੇ ਅਨੁਸਾਰੀ ਜਿਹੜੀ ਗੁਰਮਤ ਹੈ ਉਹਦੇ ਅਨੁਸਾਰ ਨਜ਼ਰ ਆਉਂਦੀ ਹੈ ਤੇ ਆਹ ਜਿਹੜੀ ਇੱਕ ਹੋਰ ਗੱਲ ਹੈ, ਇਹ ਸਾਨੂੰ ਗੁਰਮਤ ਦੇ ਅਨੁਸਾਰ ਨਜ਼ਰ ਨਹੀਂ ਆਉਂਦੀ, ਜਿਹੜੀ ਕਿ ਸਾਨੂੰ ਛੱਡ ਦੇਣੀ ਚਾਹੀਦੀ ਹੈ। ਸੋ ਇਸ ਤਰ੍ਹਾਂ ਦੇ ਫੈਸਲੇ ਹੌਲੀ ਹੌਲੀ ਪਿਆਰ ਭਰੇ ਢੰਗ ਦੇ ਨਾਲ ਪ੍ਰੇਰਨਾ ਕਰਕੇ ਸੁਧਾਰ ਕੀਤੇ ਜਾ ਸਕਦੇ ਨੇ, ਫੈਸਲੇ ਲਏ ਜਾ ਸਕਦੇ ਨੇ। ਸ਼੍ਰੋਮਣੀ ਕਮੇਟੀ ਅਤੇ ਡੇਰੇਦਾਰਾਂ ਨੇ ਬਹੁਤ ਨੁਕਸਾਨ ਸਿੱਖ ਕੌਮ ਦਾ ਕਰ ਦਿੱਤਾ। ਅਸੀਂ ਆਪਣੇ ਆਪੇ ਨੂੰ ਸੰਭਾਲੀਏ, ਬਹੁਤਾ ਉਹਨਾਂ 'ਤੇ ਆਸ ਨਾ ਕਰੀਏ, ਕਿਉਂਕਿ ਸ਼੍ਰੋਮਣੀ ਕਮੇਟੀ ਨੇ ਤੇ ਸਾਧਾਂ ਨੇ 100-150 ਸਾਲ ਤੋਂ ਲੈ ਕੇ ਸਾਨੂੰ ਗਰਕ ਤੇ ਬਹੁਤ ਕੀਤਾ, ਲੁੱਟ ਕੇ ਤਾਂ ਬਹੁਤ ਖਾਧਾ, ਪਰ ਸਿੱਧੇ ਰਾਹ ਗੁਰਬਾਣੀ ਵਾਲੇ ਚਾਨਣ ਦੇ ਵਿੱਚ ਸਾਨੂੰ ਨਹੀਂ ਤੋਰਿਆ ਗਿਆ। ਸਵਾਲ ਨੰਬਰ 373 ਭਾਈ ਦਲਬੀਰ ਸਿੰਘ ਮਾਛੀਵਾੜਾ, ਜ਼ਿਲ੍ਹਾ ਲੁਧਿਆਣਾ। ਇਹਨਾਂ ਦਾ ਸਵਾਲ ਹੈ, ਬੰਦੀ ਛੋੜ ਦਿਵਸ ਬਾਰੇ ਦੱਸਣਾ ਜੀ। ਅਸਲੀ ਤਾਰੀਖ ਕਿਹੜੀ ਹੈ? ਜੋ ਗਵਾਲੀਅਰ ਦੇ ਕਿਲੇ ਵਾਲੀ ਸਾਖੀ ਹੈ ਉਸ ਬਾਰੇ ਵੀ ਜ਼ਰੂਰ ਦੱਸਣਾ। ਬੰਦੀ ਛੋੜ ਜਿਹੜਾ ਕਿ ਅਸੀਂ
ਬਹੁਤ ਵੱਡੇ ਪੈਮਾਨੇ 'ਤੇ ਗਲਤ ਤਰੀਕੇ ਨਾਲ ਮਨਾ ਰਹੇ ਹਾਂ, ਉਹ ਇਸ ਤਰ੍ਹਾਂ ਨਹੀਂ ਹੈ। ਇਹਨੂੰ ਖਿੱਚ ਧੂ ਕਰਕੇ ਦੀਵਾਲੀ ਨਾਲ ਜੋੜ ਲਿਆ ਗਿਆ ਹੈ। ਫਿਰ ਗੁਰੂ ਨਾਨਕ ਸਾਹਿਬ ਦਾ ਜਿਹੜਾ 15 ਦਿਨਾਂ ਦੇ ਫਰਕ ਨਾਲ ਗੁਰਪੁਰਬ ਆਉਂਦਾ, ਉਹਨੂੰ ਵੀ ਖਿੱਚ ਧੂ ਕਰਕੇ ਆਪਾਂ ਦੀਵਾਲੀ ਨੂੰ ਲਿਆਈਏ, ਕਿਉਂਕਿ ਸਾਨੂੰ ਅਸਲ ਦੇ ਵਿੱਚ ਦੀਵਾਲੀ ਮਨਾਉਣ ਦਾ ਅੰਦਰ ਪਾਗਲਪਣ ਸਵਾਰ ਹੋਇਆ। ਅਸੀਂ ਗੁਰੂ ਸਾਹਿਬਾਨ ਦੇ ਗੁਰਪੁਰਬ ਵੀ ਦੀਵਾਲੀਆਂ ਨਾਲ ਜੋੜ ਲਏ ਨੇ। ਇੱਥੋਂ ਤੱਕ ਗੁਰੂ ਨਾਨਕ ਸਾਹਿਬ ਦਾ ਵਿਆਹ ਪੁਰਬ ਵੀ ਮਨਾਇਆ ਜਾ ਰਿਹਾ ਹੈ ਕਿ ਉਹਨਾਂ ਦਾ ਇਸ ਤਰੀਕ ਨੂੰ ਵਿਆਹ ਹੋਇਆ ਸੀ, ਅਤੇ ਉਸੇ ਤਰ੍ਹਾਂ ਵਿਆਹ ਦੇ ਢੋਲ ਢਮੱਕੇ ਵਜਾ ਕੇ ਅਤੇ ਉਹ ਸਾਰਾ ਕੁਛ ਉਹਨਾਂ ਦੇ ਵਿਆਹ ਦੀਆਂ ਖੁਸ਼ੀਆਂ ਦਾ ਵੀ ਗੁਰਪੁਰਬ ਮਿੱਥ ਲਿਆ ਗਿਆ, ਮਨਾ ਲਿਆ ਗਿਆ। ਅਤੇ ਰੱਖੜੀ ਵੀ ਬੇਬੇ ਨਾਨਕੀ ਤੋਂ ਗੁਰੂ ਨਾਨਕ ਸਾਹਿਬ ਦੇ ਬਣਾ ਦਿੱਤੀ ਗਈ ਹੈ, ਜਦੋਂ ਕਿ ਉਦੋਂ ਰੱਖੜੀ ਦਾ ਨਾਮੋ ਨਿਸ਼ਾਨ ਵੀ ਕਿਤੇ ਨਹੀਂ ਸੀ। ਅਤੇ ਫਿਰ ਵੀ ਇਹ ਪਾਗਲਪਣ ਸਿੱਖਾਂ ਦੇ ਸਿਰ ਨੂੰ ਚੜ੍ਹਿਆ ਹੋਇਆ, ਅਤੇ ਗੁਰੂ ਨਾਨਕ ਦੇ ਗੁੱਟ ਨੂੰ ਭੈਣ ਕੋਲੋਂ ਵੀਰ ਵੇ ਬਣਾ ਲੈ ਰੱਖੜੀ ਗੀਤ ਗਾ ਗਾ ਕੇ, ਫੋਟੋਆਂ ਬਣਾ ਕੇ ਲੋਕਾਂ ਦੇ ਘਰਾਂ 'ਚ ਪਹੁੰਚ ਗਈਆਂ ਨੇ, ਅਤੇ ਸਿੱਖ ਇਹ ਸਾਰਾ ਕੁਛ ਕਰਦੇ ਨਜ਼ਰ ਆ ਰਹੇ ਨੇ। ਗੁਰੂ ਹਰਗੋਬਿੰਦ ਸਾਹਿਬ ਨੂੰ ਗ੍ਰਿਫਤਾਰ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਕੁਝ ਸਮਾਂ ਕੈਦ ਰੱਖਿਆ ਗਿਆ। ਪ੍ਰੋਫੈਸਰ ਸਾਹਿਬ ਸਿੰਘ ਨੇ ਇਹਦਾ ਵਿਗਿਆਨਕ ਆਧਾਰ ਸਾਰਾ ਦੱਸਿਆ। ਕਈਆਂ ਨੇ ਅੱਜ ਤੱਕ 12 ਸਾਲ ਕਿਲੇ 'ਚ ਰਹਿਣਾ ਦੱਸਿਆ, ਕਈਆਂ ਨੇ 2 ਸਾਲ, ਕਈਆਂ ਨੇ 1 ਸਾਲ, ਕਈਆਂ ਨੇ ਕੁਝ ਦਿਨ ਮਹੀਨੇ। ਹਰੇਕ ਦੀ ਆਪੋ ਆਪਣੀ ਸੋਚ ਹੈ। ਪੱਕਾ ਸਬੂਤ ਕੋਈ ਵੀ ਪੇਸ਼ ਨਹੀਂ ਕਰ ਸਕਿਆ ਕਿ ਗੁਰੂ ਸਾਹਿਬ ਕਿੰਨਾ ਸਮਾਂ ਉੱਥੇ ਰਹੇ। ਸਾਹਿਬ ਸਿੰਘ ਨੇ ਜੋ ਆਖਿਆ ਵੀ 12 ਸਾਲ ਵਾਲੀ ਗੱਲ ਤਾਂ ਬਿਲਕੁਲ ਝੂਠੀ ਹੈ, ਕਿਉਂਕਿ ਜਦੋਂ 6ਵੇਂ ਪਾਤਸ਼ਾਹ ਦੇ ਪੁੱਤਰਾਂ ਦਾ, ਧੀਆਂ ਦਾ, ਸਾਰਿਆਂ ਦੇ ਜਨਮ ਤਰੀਕਾਂ ਆਪਾਂ ਸਾਹਮਣੇ ਰੱਖੀਏ ਤਾਂ ਉਹਨਾਂ ਦੇ ਬੱਚਿਆਂ ਦੀਆਂ ਜਨਮ ਤਰੀਕਾਂ ਨੇ ਜਿਹੜਾ ਕੁਦਰਤੀ ਢੰਗ ਹੈ, ਬੱਚੇ ਦਾ ਇੱਕ ਤੋਂ ਬਾਅਦ ਦੂਜੇ ਬੱਚੇ ਦਾ ਜਨਮ ਹੈ 1 ਸਾਲ ਤੋਂ ਵੱਧ ਸਮਾਂ ਹੋਣਾ ਜ਼ਰੂਰੀ ਹੈ ਆਮ ਤੌਰ 'ਤੇ। ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਬੱਚੇ ਨੇ 1.5 ਸਾਲ, 2 ਸਾਲ, 3 ਸਾਲ ਦੇ ਵਿੱਥ ਨਾਲ ਸਾਰਿਆਂ ਨੇ ਜਨਮ ਲਿਆ। ਅਤੇ ਇਹਦਾ ਮਤਲਬ ਹੈ ਕਿ ਉੱਥੇ ਜਿੰਨਾ ਸਮਾਂ ਗੁਰੂ ਸਾਹਿਬ ਰਹੇ ਨੇ ਉਹ 11-12 ਸਾਲ ਜਾਂ 3 ਸਾਲ ਦਾ ਨਹੀਂ ਸੀ। ਜੇ ਇੰਨਾ ਸਮਾਂ ਹੁੰਦਾ ਤਾਂ ਉਹਨਾਂ ਦੀ ਪਤਨੀ ਦੇ ਬੱਚੇ ਉਸੇ ਤਰ੍ਹਾਂ 12-13 ਸਾਲ ਤੋਂ ਬਾਅਦ ਫਿਰ ਹੋਣੇ ਸੀ। ਜਿਹੜੇ ਪਹਿਲਾਂ ਹੋ ਗਏ, ਪਰ ਬਾਕੀ ਬੱਚੇ ਉਹ 12-13 ਸਾਲ ਤੋਂ ਬਾਅਦ ਹੋਣੇ ਚਾਹੀਦੇ ਸੀ। ਤਾਂ ਇਹਦਾ ਮਤਲਬ ਹੈ ਕਿ ਗੁਰੂ ਸਾਹਿਬ ਉੱਥੇ ਕੁਝ ਥੋੜ੍ਹਾ ਜਿਹਾ ਸਮਾਂ ਰਹੇ ਨੇ ਅਤੇ ਛੇਤੀ ਉੱਥੋਂ ਰਿਹਾਈ ਹੋ ਗਈ ਹੈ। ਰਹੀ ਗੱਲ ਉਹਨਾਂ 52 ਰਾਜਿਆਂ ਨੂੰ ਰਿਹਾ ਕਰਾਉਣ ਦੀ, ਅਤੇ ਹੁਣ ਤਾਂ ਬਹੁਤ ਕੁਝ ਨਾਟਕ ਚੱਲ ਪਏ ਨੇ। ਤਣੀਆਂ ਬਣਾ ਲਈਆਂ, ਚੋਲੇ ਨਾਲ ਬੰਨ੍ਹ ਲਈਆਂ, ਉਹਨਾਂ ਨੂੰ ਤਣੀਆਂ ਫੜਾ ਦਿੱਤੀਆਂ। ਇਹ ਨਾਟਕਬਾਜ਼ੀ ਬਾਅਦ ਦੇ ਵਿੱਚ ਘੜੀ ਗਈ ਹੈ। ਉਹਨਾਂ ਦੀ ਜਿਨ੍ਹਾਂ ਦੀ ਗੁਰੂ ਹਰਗੋਬਿੰਦ ਸਾਹਿਬ ਨੇ ਸਿਫਾਰਿਸ਼ ਕੀਤੀ ਕਿ ਮੈਂ ਇਹਨਾਂ ਦਾ ਜ਼ਿੰਮੇਵਾਰ ਹਾਂ, ਇਹ ਕੋਈ ਸਰਕਾਰ ਦੇ ਵਿਰੁੱਧ ਬਗਾਵਤ ਨਹੀਂ ਕਰਨਗੇ, ਅਮਨ ਅਮਾਨ ਦੇ ਨਾਲ ਆਪਣੇ ਲੋਕਾਂ ਦੀ ਸੇਵਾ ਕਰਨਗੇ, ਮੈਂ ਇਹਨਾਂ ਦੀ ਗਰੰਟੀ ਦਿੰਦਾ ਹਾਂ। ਅਤੇ ਉਹ ਜਹਾਂਗੀਰ ਤੱਕ ਸੁਨੇਹਾ ਪਹੁੰਚਾਇਆ ਗਿਆ, ਚਿੱਠੀ ਪਹੁੰਚਾਈ ਗਈ। ਜਹਾਂਗੀਰ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ, ਅਤੇ ਜਿਹੜੇ ਇਹਨਾਂ ਦੇ ਨਾਲ ਜਾਣ ਵਾਸਤੇ ਤਿਆਰ ਹੋ ਗਏ ਅਤੇ ਵਚਨ ਦੇ ਰਹੇ ਨੇ ਕਿ ਅਸੀਂ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣਾ ਆਗੂ ਮੰਨ ਕੇ ਜਿਵੇਂ ਸਾਨੂੰ ਇਹ ਨਿਯਮ ਸਮਝਾਉਣਗੇ ਉਹਦੇ ਅਨੁਸਾਰ ਆਪਣਾ ਵਿਹਾਰ ਕਰਾਂਗੇ, ਉਹਨਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ। ਅਤੇ ਗੁਰੂ ਸਾਹਿਬ ਜਦੋਂ ਬਾਹਰ ਆਏ ਨੇ ਗਵਾਲੀਅਰ ਦੇ ਕਿਲੇ ਤੋਂ, ਤਾਂ ਹੌਲੀ ਹੌਲੀ ਚੱਲਦੇ ਹੋਏ ਪਹਿਲਾਂ ਉਹ ਕਲਾਨੌਰ ਗਏ ਨੇ। ਕਲਾਨੌਰ ਜਿਹੜਾ ਇਹਨਾਂ ਦਾ ਤਾਇਆ ਜੀ ਲੱਗਦਾ ਸੀ ਪ੍ਰਿਥੀ ਚੰਦ, ਅਤੇ ਪ੍ਰਿਥੀ ਚੰਦ ਦੀ ਮੌਤ ਹੋ ਗਈ ਸੀ ਉਦੋਂ। ਉਹਨਾਂ ਦੇ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਕਰਕੇ ਬਾਅਦ ਦੇ ਵਿੱਚ ਫਿਰ ਅੰਮ੍ਰਿਤਸਰ ਆਏ ਨੇ। ਇਹ 28 ਫਰਵਰੀ 1621 ਦਾ ਸਮਾਂ ਸੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਅੰਮ੍ਰਿਤਸਰ ਆਏ ਨੇ। 28 ਫਰਵਰੀ 1621 ਭੱਟਵਈਆਂ ਦੇ ਮੁਤਾਬਕ ਇਹ ਤਰੀਕ ਹੈ। ਕਿਸੇ ਵੀ ਤਰੀਕੇ ਇਹ ਦੀਵਾਲੀ ਨੂੰ ਆਉਣਾ ਨਹੀਂ ਬਣਦਾ, ਖਿੱਚ ਧੂ ਕਰਕੇ ਦੀਵਾਲੀ ਨਾਲ ਜੋੜਿਆ ਗਿਆ। ਇਹ ਨਿਰਾ ਕੁਫਰ ਹੈ। ਅਤੇ ਦੀਵਾਲੀ ਵੀ ਜੇ ਮਨਾਉਣੀ ਹੈ ਤਾਂ ਅਮਨ ਅਮਾਨ ਦੇ ਤਰੀਕੇ ਨਾਲ, ਚੰਗੇ ਲੈਕਚਰ, ਚੰਗੀਆਂ ਕਿਤਾਬਾਂ, ਚੰਗਾ ਵਿਦਵਾਨਾਂ ਕੋਲੋਂ ਵਿਖਿਆਨ ਕੀਰਤਨ ਆਦਿਕ ਹੋ ਜਾਵੇ। ਪਰ 50-50 ਲੱਖ ਦੀ ਆਤਿਸ਼ਬਾਜ਼ੀ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਫੂਕ ਕੇ, ਅੱਗ ਲਾ ਕੇ, ਨਾਲੇ ਤਾਂ ਸਿੱਖਾਂ ਦੀ ਚੜ੍ਹਾਵੇ ਦੀ ਰਕਮ ਫੂਕ ਦੇਣੀ, ਅਤੇ ਨਾਲੇ ਵਾਤਾਵਰਣ ਨੂੰ ਗੰਦਾ ਕਰਨਾ, ਪਲੀਤ ਕਰਨਾ, ਅਤੇ ਸਰੋਵਰ ਨੂੰ ਵੀ ਗੰਦਾ ਕਰਨਾ, ਪ੍ਰਕਰਮਾਂ ਨੂੰ ਵੀ ਗੰਦਾ ਕਰਨਾ, ਲੋਕਾਂ ਦਾ ਜਿਉਣਾ ਹਰਾਮ ਕਰਨਾ, ਇਹ ਸ਼੍ਰੋਮਣੀ ਕਮੇਟੀ ਖੁਦ ਕਰ ਰਹੀ ਹੈ। ਗੁਰੂ ਸਾਹਿਬ ਨੇ ਕਦੋਂ ਆਖਿਆ ਸੀ ਕਿ ਮੇਰੇ ਆਏ ਤੋਂ ਤੁਸੀਂ 50 ਲੱਖ ਰੁਪਏ ਦੀ ਆਤਿਸ਼ਬਾਜ਼ੀ ਫੂਕਿਓ? ਕਿਤੇ ਹੈ ਕੋਈ ਇਹੋ ਜਿਹਾ ਸਬੂਤ?
ਤੇ ਉਹਨਾਂ ਦਾ ਨਾਮ ਬਦਨਾਮ ਕਰਕੇ ਪੈਸਾ ਨਹੀਂ ਫੂਕਿਆ ਜਾ ਰਿਹਾ। ਤੁਸੀਂ ਮਨਾਓ ਗੁਰਪੁਰਬ ਅਮਨ ਅਮਾਨ ਨਾਲ, ਸੁਲਝੇ ਹੋਏ ਢੰਗ ਨਾਲ, ਵਿਦਵਾਨਾਂ ਵਾਂਗੂ ਮਨਾਓ। ਅੱਗ ਲਾ ਕੇ ਪੈਸੇ ਦੀ ਬਰਬਾਦੀ ਕਰਕੇ ਤੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟ ਕੇ, ਇਹ ਕਿਹੜਾ ਦੀਵਾਲੀ ਦਾ ਢੰਗ ਹੈ ਗੁਰੂ ਪਿਆਰ ਵਾਲਿਓ। ਪਹਿਲੀ ਗੱਲ ਤਾਂ ਦੀਵਾਲੀ ਨੂੰ ਗੁਰੂ ਸਾਹਿਬ ਇੱਥੇ ਨਹੀਂ ਆਏ, ਤੇ ਦੂਜੀ ਗੱਲ ਇਹ ਕਿਤੇ ਨਹੀਂ ਬਣਦਾ ਕਿ ਦੀਵਾਲੀ ਨੂੰ ਸਿੱਖਾਂ ਦੇ ਦਸਾਂ ਨੌਹਾਂ ਦੀ ਕਿਰਤ ਕਮਾਈ ਨੂੰ ਇਸ ਤਰ੍ਹਾਂ ਅੱਗ ਲਾ ਕੇ ਸ਼੍ਰੋਮਣੀ ਕਮੇਟੀ ਵੱਲੋਂ ਫੂਕਿਆ ਜਾਵੇ ਅਤੇ ਹੋਰ ਦੇਸ਼ ਵਿਦੇਸ਼ ਦੇ ਗੁਰਦੁਆਰਿਆਂ ਵਿੱਚ ਰੀਸੋ ਰੀਸ ਲੱਖਾਂ ਦੀ ਨਹੀਂ ਕਰੋੜਾਂ ਅਰਬਾਂ ਦੀ ਆਤਿਸ਼ਬਾਜ਼ੀ ਅੱਗ ਲਾ ਕੇ ਫੂਕੀ ਜਾਂਦੀ ਹੈ, ਤੇ ਸਿੱਖ ਡੌਰ ਭਰ ਹੋਏ ਵੇਖਦੇ ਹੀ ਰਹਿ ਜਾਂਦੇ ਨੇ। ਤੇ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਠੀਕ ਕੀ ਹੈ ਤੇ ਗਲਤ ਕੀ ਹੈ। ਉਹਨਾਂ ਨੂੰ ਲੱਗਦਾ ਕਿ ਜਦੋਂ ਸਾਰੇ ਸਾਡੇ ਪ੍ਰਬੰਧਕ ਇਸ ਤਰ੍ਹਾਂ ਕਰਦੇ ਨੇ ਫਿਰ ਸਾਰਾ ਇਹ ਠੀਕ ਹੀ ਹੋਣਾ। ਤਾਂ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਨੇ ਇਹ ਕਿਸੇ ਤਰੀਕੇ ਵੀ ਸ਼ੋਭਾ ਨਹੀਂ ਦਿੰਦੇ। ਬਾਕੀ ਗੁਰੂਆਂ ਦੇ ਉਪਦੇਸ਼ ਮਨ 'ਚ ਵਸਾਉਣਾ ਸੀ ਉਹ ਤੇ ਦੂਰ ਚਲੀ ਗਈ। ਗੁਰਬਾਣੀ ਨੂੰ ਹਿਰਦੇ 'ਚ ਵਸਾਉਣਾ ਸੀ, ਸਮਾਜ 'ਚ ਲਾਗੂ ਕਰਨਾ ਸੀ, ਉਹਦਾ ਤਾਂ ਕਿਤੇ ਪਤਾ ਵੀ ਨਹੀਂ ਹੈ। ਸੋ ਸੰਭਲੀਏ। ਜੇ ਸ਼੍ਰੋਮਣੀ ਕਮੇਟੀ ਸਾਡੇ ਕਾਬੂ 'ਚ ਨਹੀਂ ਹੈ, ਇਹਦੇ ਪ੍ਰਬੰਧ ਨੂੰ ਬਦਲਣ ਦੇ ਵਾਸਤੇ ਆਪਣੇ ਆਪ ਨੂੰ ਤਿਆਰ ਕਰੀਏ, ਆਪਣੇ ਘਰਾਂ 'ਚ ਗੁਰਮਤ ਨੂੰ ਲਾਗੂ ਕਰੀਏ। ਇਹ ਸਭ ਤੋਂ ਜ਼ਰੂਰੀ ਹੈ। ਜਦੋਂ ਸਾਨੂੰ ਗੁਰਮਤ ਦੀ ਸਮਝ ਆ ਗਈ ਤਾਂ ਇਹੋ ਜਿਹੇ ਗਲਤ ਥਾਵਾਂ 'ਤੇ ਜਿੱਥੇ ਪੈਸੇ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੋਵੇ ਅਸੀਂ ਉੱਥੇ ਫਿਰ ਚੜਾਵਾ ਵੀ ਨਹੀਂ ਚਾੜਾਂਗੇ, ਆਪਣਾ ਪੈਸਾ ਵੀ ਬਰਬਾਦ ਨਹੀਂ ਕਰਾਂਗੇ। ਸਵਾਲ ਨੰਬਰ 374 ਭਾਈ ਧਰਮਪਾਲ ਖੈਰਪੁਰ ਜੱਟਾਂ, ਇਹਨਾਂ ਦਾ ਸਵਾਲ ਹੈ ਕਿ ਸ਼ੇਰ ਨੇ ਬੱਕਰੀਆਂ ਚਾਰੀਆਂ ਸਨ। ਕੀ ਬੁੱਢਣ ਸਾਹਿਬ ਦੇ ਨਾਮ 'ਤੇ ਜੋ ਗੁਰਦੁਆਰਾ ਬਣਿਆ ਹੋਇਆ ਹੈ ਉਹ ਸਹੀ ਹੈ? ਇਹ ਕੀਰਤਪੁਰ ਸਾਹਿਬ ਦੇ ਨੇੜੇ ਗੁਰਦੁਆਰਾ ਬਣਿਆ ਹੋਇਆ ਹੈ। ਇੱਥੇ ਹੁਣ ਸੋਚਣ ਵਾਲੀ ਗੱਲ ਹੈ ਕਿ ਸ਼ੇਰ ਬੱਕਰੀਆਂ ਚਾਰ ਸਕਦਾ ਹੈ? ਇਹੋ ਜਿਹੇ ਗੁਰਬਾਣੀ 'ਚ ਬੇਅੰਤ ਪ੍ਰਮਾਣ ਨੇ। ਇੱਥੇ ਗੁਰਬਾਣੀ 'ਚੋਂ ਮੈਂ ਕੁਝ ਪ੍ਰਮਾਣ ਤੁਹਾਡੇ ਸਾਹਮਣੇ ਰੱਖਣ ਲੱਗਿਆ। ਪਹਿਲਾਂ ਇਹਨਾਂ ਨੂੰ ਸੁਣ ਲਓ ਅਤੇ ਫਿਰ ਆਪਾਂ ਇਹਨਾਂ ਦੇ ਅਰਥ ਵੀ ਕਰ ਲੈਂਦੇ ਹਾਂ। ਇਹ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਦੇ 198 ਪੰਨੇ ਦੇ ਉੱਤੇ ਸਭਾਏਮਾਨ ਹੈ, ਤੁਸੀਂ ਆਪ ਪੜ੍ਹ ਸਕਦੇ ਹੋ। ਗਊ ਕੋ ਚਾਰੇ ਸਾਰਦੂਲ, ਗਊਆਂ ਨੂੰ ਸ਼ੇਰ ਚਾਰਦਾ ਹੈ। ਕੌਡੀ ਕਾ ਲੱਖ ਹੂਆ ਮੂਲ, ਇੱਕ ਕੌਡੀ ਲੱਖਾਂ ਰੁਪਈਏ ਦੀ ਹੋ ਗਈ। ਹੁਣ ਕਦੀ ਸੋਚ ਕੇ ਵੇਖਿਓ ਇੱਕ ਕੌਡੀ ਲੱਖਾਂ ਰੁਪਈਏ ਦੀ ਹੋ ਸਕਦੀ ਹੈ। ਬੱਕਰੀ ਕੋ ਹਸਤੀ ਪ੍ਰਤਪਾਲੇ, ਬੱਕਰੀ ਨੂੰ ਹਾਥੀ ਸੰਭਾਲਦਾ ਹੈ, ਉਹਦੀ ਰਾਖੀ ਕਰਦਾ ਹੈ। ਆਪਣਾ ਪ੍ਰਭ ਨਦਰ ਨਿਹਾਲੇ, ਆਪਣੇ ਪ੍ਰਭੂ ਦੀ ਕਿਰਪਾ ਹੈ। ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਵਰਨ ਨ ਸਾਕੂੰ ਬਹੁ ਗੁਣ ਤੇਰੇ। ਹੇ ਕਿਰਪਾ ਨਿਦਾਨ, ਮੈਂ ਤੇਰੇ ਗੁਣਾਂ ਨੂੰ ਬਿਆਨ ਨਹੀਂ ਕਰ ਸਕਦਾ। ਦੀਸਤ ਮਾਸ ਨਾ ਖਾਏ ਬਿਲਾਈ, ਸਾਹਮਣੇ ਦਿਸਦਾ ਹੋਇਆ ਸ਼ਿਕਾਰ ਆਦਿਕ ਹੋਵੇ ਤੇ ਬਿੱਲੀ ਮਾਸ ਨਹੀਂ ਖਾਂਦੀ, ਉਹਨੇ ਮਾਸ ਖਾਣਾ ਛੱਡ ਦਿੱਤਾ। ਮਹਾ ਕਸਾਬ ਛੁਰੀ ਸੱਟ ਪਾਈ, ਜਿਹੜਾ ਵੱਡਾ ਕਸਾਈ ਸੀ ਉਹਨੇ ਅੱਗੇ ਤੋਂ ਜਾਨਵਰਾਂ ਨੂੰ ਮਾਰਨਾ ਛੱਡ ਦਿੱਤਾ, ਛੁਰੀ ਸੁੱਟ ਦਿੱਤੀ ਹੈ। ਕਰਨਹਾਰ ਪ੍ਰਭ ਹਿਰਦੈ ਬੂਠਾ, ਫਾਥੀ ਮਛਲੀ ਕਾ ਜਾਲਾ ਟੂਟਾ। ਜਦੋਂ ਪ੍ਰਭੂ ਪਰਮਾਤਮਾ ਕਹਿੰਦੇ ਹਿਰਦੇ 'ਚ ਵਸ ਗਿਆ, ਮੱਛੀ ਜਿਹੜੀ ਫਸ ਚੁੱਕੀ ਸੀ ਜਾਲੇ 'ਚ, ਉਹਦਾ ਜਾਲਾ ਹੀ ਟੁੱਟ ਗਿਆ। ਸੂਕੇ ਕਾਸ਼ਟ ਹਰੇ ਚਲੂਲ, ਸੁੱਕੇ ਹੋਏ ਰੁੱਖ ਇੱਕਦਮ ਹਰੇ ਹੋ ਗਏ। ਉੱਚਾ ਥਲ ਫੂਲੇ ਕਮਲ ਅਨੂਪ, ਉੱਚੀਆਂ ਪਹਾੜੀਆਂ ਤੇ ਟਿੱਬਿਆਂ ਦੇ ਉੱਤੇ ਕਮਲ ਦੇ ਫੁੱਲ ਖਿੜ ਪਏ। ਅਗਨ ਨਿਵਾਰੀ ਸਤਿਗੁਰਦੇਵ, ਬਹੁਤ ਜਿਹੜੀ ਅੰਦਰ ਲੋਕਾਂ ਦੇ ਅੱਗ ਬਲ ਰਹੀ ਸੀ ਉਹ ਸਤਿਗੁਰੂ ਨੇ ਖਤਮ ਕਰ ਦਿੱਤੀ। ਸੇਵਕ ਆਪਣੀ ਲਾਇਓ ਸੇਵ, ਆਪਣੇ ਸੇਵਕ ਨੂੰ ਸਹੀ ਸੇਵਾ 'ਤੇ ਸਤਿਗੁਰੂ ਨੇ ਲਾ ਦਿੱਤਾ। ਅਕਿਰਤ ਘਣਾ ਕਾ ਕਰੇ ਉਧਾਰ, ਪਾਪੀਆਂ ਦਾ ਉਧਾਰ ਵੀ ਸਤਿਗੁਰੂ ਕਰ ਦਿੰਦਾ ਹੈ। ਪ੍ਰਭ ਮੇਰਾ ਹੈ ਸਦਾ ਦਿਆਰ, ਕਿਉਂਕਿ ਪ੍ਰਭੂ ਪਰਮਾਤਮਾ ਬਹੁਤ ਦਿਆਲ ਹੈ। ਸੰਤ ਜਨਾਂ ਕਾ ਸਦਾ ਸਹਾਈ, ਸਾਧੂਆਂ ਸੰਤਾਂ ਭਲੇ ਲੋਕਾਂ ਦਾ ਉਹ ਸਹਾਈ ਹੈ। ਚਰਨ ਕਮਲ ਨਾਨਕ ਬਣ ਆਈ, ਇਸੇ ਕਰਕੇ ਸਾਡੀ ਉਹਦੇ ਨਾਲ ਪ੍ਰੀਤੀ ਬਣ ਆਈ ਹੈ। ਹੁਣ ਗੁਰੂ ਪਿਆਰ ਵਾਲਿਓ ਕਦੀ ਸੋਚ ਕੇ ਵੇਖੋ ਇਹ ਸਾਰੀਆਂ ਗੱਲਾਂ ਸੱਚ ਹੋ ਸਕਦੀਆਂ ਨੇ। ਇਹ ਉਦਾਹਰਨਾਂ ਨੇ ਕਿ ਭਾਈ ਅਮੋੜ ਮਨ ਸਹੀ ਪਾਸੇ ਆ ਗਿਆ। ਪਹਿਲਾਂ ਜਿਹੜੀ ਗੱਲ ਤੁਹਾਨੂੰ ਅਣਹੋਣੀ ਲੱਗਦੀ ਸੀ ਉਹ ਹੋਣੀ ਬਣ ਗਈ, ਤੁਹਾਡੇ ਕਾਬੂ ਆ ਗਈ। ਤੁਸੀਂ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਨੂੰ ਢਾਹ ਸਕਦੇ ਹੋ। ਤੁਸੀਂ ਜਿਹੜੇ ਕੰਮ ਤੁਹਾਨੂੰ ਅੱਜ ਔਖੇ ਲੱਗਦੇ ਨੇ ਇਹ ਸੌਖੇ ਹੋ ਸਕਦੇ ਨੇ। ਤੁਸੀਂ ਦਰਿਆਵਾਂ ਤੋਂ ਪਾਰ ਹੋ ਸਕਦੇ ਹੋ, ਪਹਾੜਾਂ ਤੋਂ ਚੜ੍ਹ ਸਕਦੇ ਹੋ,
ਤੁਸੀਂ ਕੀੜੀ ਵਰਗੇ ਨਾਚੀਜ਼ ਬੰਦੇ ਹੀਰਿਆਂ ਵਰਗੇ ਬਣ ਸਕਦੇ ਹੋ। ਇਸੇ ਤਰ੍ਹਾਂ ਤੁਸੀਂ ਕੌਡੀਆਂ ਵਰਗੇ ਹਲਕੇ ਪੱਧਰ ਦੇ ਇਨਸਾਨ ਹੀਰਿਆਂ ਵਰਗੇ ਲੱਖਾਂ ਦੇ ਬਣ ਸਕਦੇ ਹੋ। ਤੁਹਾਡੀ ਕੀਮਤ ਬਹੁਤ ਪੈ ਸਕਦੀ ਹੈ। ਭਾਵ ਕਿ ਅੱਜ ਤੁਹਾਡੀ ਟਕੇ ਦੀ ਔਕਾਤ ਨਹੀਂ, ਕੁਛ ਵੀ ਤੁਹਾਡੀ ਪੁੱਛ ਗਿੱਛ ਨਹੀਂ, ਇੱਜ਼ਤ ਮਾਣ ਨਹੀਂ। ਤੁਸੀਂ ਵੀ ਜੇ ਲਗਾਤਾਰ ਮਿਹਨਤ ਕਰੋਗੇ, ਅਕਲ ਦੀ ਵਰਤੋਂ ਕਰੋਗੇ, ਤੁਸੀਂ ਮਹਾਨ ਬਣ ਸਕਦੇ ਹੋ, ਬਾਦਸ਼ਾਹ ਬਣ ਸਕਦੇ ਹੋ ਇਸ ਦੇਸ਼ ਦੇ। ਇਹ ਸਾਰੇ ਗੁਰੂ ਸਾਹਿਬ ਨੇ ਸਮਝਾਉਣ ਦੇ ਤਰੀਕੇ ਅਪਣਾਏ ਨੇ। ਉਂਝ ਜਿਹੜੀਆਂ ਗੱਲਾਂ ਸਾਨੂੰ ਸੁਣਾਈਆਂ ਜਾਂਦੀਆਂ ਨੇ ਕਿ ਸ਼ੇਰ ਬੱਕਰੀਆਂ ਨੂੰ ਸਾਂਭਦਾ ਅਤੇ ਹਾਥੀ ਛੋਟੇ ਜਾਨਵਰਾਂ ਨੂੰ ਸੰਭਾਲਦਾ, ਇਹ ਕਦੀ ਵੀ ਨਹੀਂ ਹੁੰਦਾ। ਇਹ ਹੁੰਦਾ ਉਦਾਹਰਣ ਦੇ ਕੇ, ਭਾਵ ਕਿ ਜਿਹੜੀ ਗੱਲ ਸਾਨੂੰ ਅੱਜ ਅਣਹੋਣੀ ਲੱਗਦੀ ਹੈ ਉਹ ਕੀਤੀ ਜਾ ਸਕਦੀ ਹੈ। ਅਸੀਂ ਆਪਣੇ ਮਨ ਨੂੰ ਬਦਲ ਸਕਦੇ ਹਾਂ। ਅਸੀਂ ਵੱਡੀਆਂ ਵੱਡੀਆਂ ਤਾਕਤਾਂ 'ਤੇ ਜਿਹੜੇ ਜ਼ੁਲਮ ਕਰਦੇ ਰਾਜੇ ਮਹਾਰਾਜੇ ਨੇ ਉਹਨਾਂ ਨੂੰ ਬਦਲ ਸਕਦੇ ਹਾਂ, ਉਹਨਾਂ 'ਤੇ ਹਾਵੀ ਹੋ ਸਕਦੇ ਹਾਂ ਅਤੇ ਅਸੀਂ ਵੀ ਇੱਜ਼ਤ ਮਾਣ ਨਾਲ ਦੁਨੀਆ ਦੇ ਵਿੱਚ ਰਹਿ ਸਕਦੇ ਹਾਂ। ਇਹ ਕੇਵਲ ਸਮਝਾਉਣ ਦੇ ਤਰੀਕੇ ਨੇ ਕਿ ਜਿਵੇਂ ਆਪਾਂ ਆਮ ਬੋਲ ਚਾਲ ਦੇ ਵਿੱਚ ਵੀ ਕਹਿ ਦਿੰਦੇ ਹਾਂ, ਫਲਾਣਾ ਤਾਂ ਉਹਦੀ ਤਾਂ ਧੇਲੇ ਦੀ ਕੀਮਤ ਨਹੀਂ ਹੈ। ਭਾਵ ਜਿਹੜੇ ਬੰਦੇ ਦੀ ਬੇਇੱਜ਼ਤੀ ਹੋ ਰਹੀ ਹੋਵੇ ਉਹਨੂੰ ਅਸੀਂ ਆਮ ਬੋਲ ਚਾਲ 'ਚ ਕਹਿ ਦਿੰਦੇ ਹਾਂ ਤਾਂ ਕੌਡੀ ਦਾ ਨਹੀਂ ਵਿਕਿਆ, ਉਹਦੀ ਧੇਲੇ ਦੀ ਕੀਮਤ ਨਹੀਂ ਹੈ। ਅਤੇ ਇਸੇ ਤਰ੍ਹਾਂ ਜਿਹੜੇ ਇਹ ਲੋਕ ਨੇ ਉਹ ਤਾਂ ਕੱਖੋਂ ਹੌਲਾ ਹੋ ਗਿਆ। ਹੁਣ ਕੱਖਾਂ ਦੇ ਬਰਾਬਰ ਤੋਲ ਕੇ ਥੋੜ੍ਹਾ ਵੇਖਿਆ ਜਾਂਦਾ ਹੌਲਾ ਹੋ ਗਿਆ, ਭਾਵ ਕਿ ਉਹਦੀ ਇੱਜ਼ਤ ਕੋਈ ਨਹੀਂ ਰਹੀ। ਅਤੇ ਇਸੇ ਤਰ੍ਹਾਂ ਗੁਣਵਾਨ ਇਨਸਾਨ ਨੂੰ ਉਹ ਤਾਂ ਭਾਈ ਹੀਰਾ ਹੈ, ਹੀਰਾ। ਅਤੇ ਹੀਰਾ ਉਹ ਗੁਣਾ ਕਰਕੇ ਹੈ, ਚੰਗਾ ਇਨਸਾਨ ਹੈ, ਉਹਦੀ ਵਰਤੋਂ ਵਿਹਾਰ ਵਧੀਆ ਹੈ। ਹੀਰਾ ਨਹੀਂ ਬਣਿਆ, ਹੈ ਤਾਂ ਇਨਸਾਨ ਹੀ, ਪਰ ਹੀਰੇ ਨਾਲ ਉਹਦੀ ਉਦਾਹਰਣ ਦੇ ਕੇ ਸਮਝਾਉਣ ਦਾ ਇੱਕ ਢੰਗ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਇਹ ਤਰੀਕੇ ਵਰਤੇ ਨੇ। ਤਾਂ ਇਸੇ ਤਰ੍ਹਾਂ ਪੀਰ ਬੁੱਢਣ ਸ਼ਾਹ ਜਿਹੜੀ ਵਾਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਉੱਥੇ ਆਏ, ਉਹਨੇ ਬੱਕਰੀ ਦਾ ਦੁੱਧ ਗੁਰੂ ਸਾਹਿਬ ਨੂੰ ਪੇਸ਼ ਕੀਤਾ ਅਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਹਾਲੇ ਤਾਂ ਮੇਰੇ ਕੋਲ ਦੁੱਧ ਪੀਣ ਦਾ ਟਾਈਮ ਨਹੀਂ ਹੈ ਬੁੱਢਣ ਸ਼ਾਹ, ਮੈਂ 6ਵੇਂ ਪਾਤਸ਼ਾਹ ਦੇ ਰੂਪ ਵਿੱਚ ਇੱਥੇ ਆਵਾਂਗਾ, ਉਦੋਂ ਤੂੰ ਦੁੱਧ ਸਾਂਭ ਕੇ ਰੱਖੀ, ਫਿਰ ਮੈਂ 6ਵੇਂ ਜਾਮੇ 'ਚ ਆ ਕੇ ਤੇਰਾ ਇੱਥੇ ਰੱਖਿਆ ਹੋਇਆ ਦੁੱਧ ਪੀਵਾਂਗਾ। ਅਤੇ ਇੰਨਾ ਲੰਮਾ ਸਮਾਂ ਉਹ ਦੁੱਧ ਉਸੇ ਤਰ੍ਹਾਂ ਹੀ ਪਿਆ ਰਿਹਾ। ਅਤੇ 6ਵੇਂ ਜਾਮੇ 'ਚ ਗੁਰੂ ਹਰਗੋਬਿੰਦ ਸਾਹਿਬ ਬੁੱਢਣ ਸ਼ਾਹ ਕੋਲੇ ਗਏ ਅਤੇ 6ਵੇਂ ਪਾਤਸ਼ਾਹ ਨੇ ਉੱਥੇ ਜਾ ਕੇ ਆਪ ਮੰਗ ਕੇ ਦੁੱਧ ਲਿਆ ਅਤੇ ਬੁੱਢਣ ਸ਼ਾਹ ਨੇ ਉਹੀ ਦੁੱਧ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਪੇਸ਼ ਕੀਤਾ ਸੀ ਗੜਬਾ, ਉਹੀ ਗੜਬਾ ਕੱਢ ਕੇ 6ਵੇਂ ਪਾਤਸ਼ਾਹ ਨੂੰ ਦਿੱਤਾ ਅਤੇ 6ਵੇਂ ਪਾਤਸ਼ਾਹ ਨੇ ਦੁੱਧ ਪੀਤਾ। ਆਖੋ ਸਤਨਾਮ। ਇਹ ਸਾਰਾ ਕੁਝ ਪਾਗਲ ਬਣਾਇਆ ਜਾ ਰਿਹਾ ਸਾਨੂੰ, ਅਤੇ ਸਿਰ ਸੁੱਟ ਕੇ ਸਿੱਖ ਇਹਨਾਂ ਕਹਾਣੀਆਂ ਨੂੰ ਸੱਚ ਮੰਨੀ ਜਾਂਦੇ ਨੇ। ਨਾ ਤਾਂ ਇੰਨੀ ਉਮਰ ਬੰਦਿਆਂ ਦੀ ਹੁੰਦੀ ਹੈ, ਨਾ ਇੰਨਾ ਚਿਰ ਦੁੱਧ ਰਹਿੰਦਾ, ਅਤੇ ਨਾ ਗੁਰੂ ਨਾਨਕ ਸਾਹਿਬ ਇਹ ਗੱਲ ਕਹਿ ਸਕਦੇ ਨੇ ਕਿ ਮੈਂ 6ਵੇਂ ਜਾਮੇ 'ਚ ਆਵਾਂਗਾ। ਕੇਵਲ ਸਾਨੂੰ ਪਾਗਲ ਬਣਾਇਆ ਜਾ ਰਿਹਾ ਹੈ। ਮੈਂ ਉਹ ਗੁਰਦੁਆਰਾ ਕੀਰਤਪੁਰ ਦੇ ਨੇੜੇ ਬਣਿਆ ਹੋਇਆ ਆਪ ਦੇਖਿਆ ਆ। ਉੱਥੇ ਕਬਰ ਵੀ ਅੰਦਰ ਬਣੀ ਹੋਈ ਆ ਬੁੱਢਣ ਸ਼ਾਹ ਦੀ, ਅਤੇ ਲੋਕ ਕਬਰ 'ਤੇ ਵੀ ਮੱਥੇ ਟੇਕੀ ਜਾਂਦੇ ਨੇ। ਉੱਥੇ ਪੁਜਾਰੀ ਵੀ ਬੈਠੇ ਨੇ ਅਤੇ ਸਿੱਖਾਂ ਨੂੰ ਮੂਰਖ ਵੀ ਬਣਾ ਰਹੇ ਨੇ। ਹੁਣ ਤਾਂ ਵਿਗਿਆਨਕ ਸਮਾਂ ਆ ਗਿਆ ਭਾਈ, ਅਜੇ ਤਾਂ ਸੰਭਲ ਜਾਓ, ਅਜੇ ਤਾਂ ਪਾਗਲ ਨਾ ਬਣੇ ਫਿਰੋ। ਇਹੋ ਜਿਹੀਆਂ ਕਹਾਣੀਆਂ 'ਚ ਕੁਛ ਵੀ ਨਹੀਂ ਰੱਖਿਆ, ਇਹਨਾਂ ਦਾ ਖਹਿੜਾ ਛੱਡ ਦਿਓ। ਕੇਵਲ ਵਿਗਿਆਨਕ ਢੰਗ ਦੇ ਨਾਲ ਆਪਣੇ ਦਿਮਾਗ ਨੂੰ ਵਿਕਸਿਤ ਕਰੋ ਅਤੇ ਵਿਗਿਆਨਕ ਤਰੀਕੇ ਦੀ ਪਰਖ ਪੜਚੋਲ ਕਰਕੇ ਗੱਲ ਨੂੰ ਮੰਨੋ ਜਾਂ ਛੱਡੋ। ਇਹ ਤੁਹਾਡੇ ਤਰਕ ਦੇ ਅਸੂਲ ਦੇ ਉੱਤੇ ਗੱਲ ਖਰੀ ਉਤਰਨੀ ਚਾਹੀਦੀ ਹੈ, ਨਹੀਂ ਤਾਂ ਇਹਨਾਂ ਸਾਰੀਆਂ ਝੂਠੀਆਂ ਗੱਲਾਂ ਨੂੰ ਮੰਨਣ ਦੀ ਸਾਡੇ ਵਾਸਤੇ ਕੋਈ ਲੋੜ ਨਹੀਂ, ਕੋਈ ਮਜਬੂਰੀ ਨਹੀਂ। ਇਹ ਮਕਾਰ ਲੋਕਾਂ ਨੇ ਸਾਨੂੰ ਲੁੱਟ ਕੇ ਵੀ ਖਾ ਲਿਆ ਅਤੇ ਮੂਰਖ ਵੀ ਬਣਾ ਦਿੱਤਾ ਹੋਇਆ। ਸਵਾਲ ਨੰਬਰ 375 ਭਾਈ ਮੁਖਤਿਆਰ ਸਿੰਘ, ਹਰੀਨਗਰ, ਨਵੀਂ ਦਿੱਲੀ ਤੋਂ। ਇਹਨਾਂ ਦਾ ਸਵਾਲ ਹੈ, ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ ਕਿ ਨਹੀਂ? ਗੁਰੂ ਪਿਆਰ ਵਾਲਿਓ, ਜਿਹੜੀ ਪਰੰਪਰਾ ਬਣ ਜਾਂਦੀ ਹੈ ਉਸ ਪਰੰਪਰਾ ਨੂੰ ਇੱਕਦਮ ਤੋੜਨਾ ਸੌਖਾ ਨਹੀਂ ਹੁੰਦਾ। ਤੁਸੀਂ ਜੇ ਗੁਰਦੁਆਰੇ ਜਾਣਾ ਚਾਹੁੰਦੇ ਹੋ ਤਾਂ ਉੱਥੇ ਗੁਰਦੁਆਰੇ ਦੇ ਵਿੱਚ ਜਿਹੜੀ ਮਰਿਆਦਾ ਉਹਨਾਂ ਨੇ ਬਣਾਈ ਹੈ ਉਹ ਤੁਹਾਨੂੰ ਮੰਨਣੀ ਪੈਣੀ ਹੈ। ਜੇ ਤੁਹਾਨੂੰ ਉੱਥੋਂ ਦੀ ਮਰਿਆਦਾ ਚੰਗੀ ਨਹੀਂ ਲੱਗਦੀ ਤਾਂ ਤੁਸੀਂ ਉੱਥੇ ਬੇਸ਼ੱਕ ਨਾ ਜਾਓ। ਹੁਣ ਅਸੀਂ ਆਪਣੇ ਘਰਾਂ 'ਚ ਪੋਥੀਆਂ ਰੱਖ ਲਈਏ ਜਾਂ ਮੋਬਾਈਲ ਦੇ ਵਿੱਚ, ਕੰਪਿਊਟਰ ਦੇ ਵਿੱਚ, ਸੀਡੀਆਂ 'ਚ, ਪੈਨ ਡਰਾਈਵ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੌਜੂਦ ਹੈ, ਉਹਨੂੰ ਕਿਹੜਾ ਅਸੀਂ ਮੱਥਾ ਟੇਕਦੇ ਹਾਂ? ਉਹਦੇ 'ਚੋਂ ਸੇਧ ਲੈਣੀ, ਅਗਵਾਈ ਲੈਣੀ, ਸਿੱਖਿਆ ਲੈਣੀ, ਇਹ ਤਾਂ ਬਿਹਤਰ ਹੈ। ਪਰ ਇਹਨਾਂ ਨੂੰ ਮੱਥੇ ਨਹੀਂ ਆਪਾਂ ਟੇਕਦੇ। ਅਤੇ ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾਵਾਂ ਬਣ ਗਈਆਂ ਨੇ ਗੁਰਦੁਆਰਿਆਂ ਦੇ ਵਿੱਚ ਕਿ ਉੱਥੇ ਜਿਹੜਾ ਵੀ ਬੰਦਾ ਜਾਵੇਗਾ ਉਹਨੇ ਮੱਥਾ ਟੇਕਣਾ। ਪਰ ਜੇ ਤੁਸੀਂ ਉੱਥੇ ਜਾ ਕੇ ਮੱਥਾ ਨਹੀਂ ਟੇਕੋਗੇ ਤਾਂ ਸੰਗਤਾਂ ਨੇ ਵੀ ਨਾਰਾਜ਼ ਹੋਣਾ, ਪ੍ਰਬੰਧਕਾਂ ਨੇ ਵੀ ਨਾਰਾਜ਼ ਹੋਣਾ, ਅਤੇ ਹੋ ਸਕਦਾ ਤੁਹਾਡੇ ਨਾਲ ਕੋਈ ਬਦਤਮੀਜ਼ੀ ਵੀ ਕਰੇ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਉਂ ਨਹੀਂ ਟੇਕਿਆ। ਤੁਸੀਂ ਜੇ ਕੋਈ ਸੁਧਾਰ ਕਰਨਾ ਚਾਹੁੰਦੇ ਹੋ ਆਪਣੇ ਹੋਰ ਤਰੀਕੇ ਅਪਣਾਓ, ਉਹਨਾਂ ਨਾਲ
ਇੱਕੋ ਵਿਅਕਤੀ ਸਿੱਧੀ ਟੱਕਰ ਲਵੇ ਇਹਦਾ ਫਾਇਦਾ ਨਹੀਂ ਹੈ, ਇਹਦੇ ਨਾਲ ਨੁਕਸਾਨ ਜ਼ਿਆਦਾ ਹੋਵੇਗਾ, ਬੇਚੈਨੀ ਵਧੇਗੀ। ਅਤੇ ਤੁਸੀਂ ਆਪਣੇ ਤੌਰ 'ਤੇ ਸੰਗਤਾਂ ਨੂੰ ਜਾਗਰੂਕ ਕਰੋ ਜਿੰਨਾ ਕਰ ਸਕਦੇ ਹੋ, ਪਰ ਪਹਿਲਾਂ ਤੁਹਾਨੂੰ ਆਪ ਸਟੱਡੀ ਕਰਨੀ ਪਵੇਗੀ ਕਿ ਮੈਂ ਕੀ ਸਿੱਖਣਾ ਚਾਹੁੰਦਾ, ਕੀ ਮੈਂ ਪੜ੍ਹਨਾ ਚਾਹੁੰਦਾ, ਅਤੇ ਪੜ੍ਹ ਕੇ ਮੈਂ ਕਿੱਥੋਂ ਕੁ ਤੱਕ ਪਹੁੰਚ ਗਿਆ, ਮੇਰਾ ਲੈਵਲ ਕੀ ਹੈ, ਅਤੇ ਹੁਣ ਮੈਂ ਸੰਗਤਾਂ ਨੂੰ ਸਮਝਾਉਣ ਜੋਗਾ ਹੋ ਗਿਆ ਕਿ ਨਹੀਂ ਹੋ ਗਿਆ। ਸੋ ਇਸ ਇੱਕ ਨਿੱਕੀ ਜਿਹੀ ਗੱਲ ਦੇ ਕਾਰਨ ਕਿਤੇ ਖਤਰਾ ਮੁੱਲ ਨਹੀਂ ਲਈਦਾ, ਕੋਈ ਨੁਕਸਾਨ ਹੋ ਸਕਦਾ ਹੈ, ਅਤੇ ਪ੍ਰਬੰਧਕ ਕੋਈ ਬੇਪਤੀ ਕਰ ਸਕਦੇ ਨੇ, ਅਤੇ ਗੁਰਦੁਆਰੇ 'ਤੇ ਜਾਣ 'ਤੇ ਰੋਕ ਲਾ ਸਕਦੇ ਨੇ। ਮੱਥਾ ਟੇਕਣ ਦੇ ਨਾਲ ਹਾਲ ਦੀ ਘੜੀ ਸਾਡਾ ਕੁਝ ਵੀ ਨਹੀਂ ਘਸਦਾ, ਕੁਝ ਵੀ ਨਹੀਂ ਵਿਗੜਦਾ। ਮੱਥਾ ਟੇਕ ਲਓ, ਪਰ ਸੁਧਾਰ ਕਰਨ ਵਾਸਤੇ ਆਪਣੇ ਆਪ ਨੂੰ ਪਹਿਲਾਂ ਤਿਆਰ ਕਰੋ ਕਿ ਮੈਂ ਸੁਧਾਰ ਕਿਵੇਂ ਕਰਨਾ, ਅਤੇ ਸੰਗਤਾਂ ਦੇ ਸਹਿਯੋਗ ਨੂੰ ਲੈਣਾ ਜ਼ਰੂਰੀ ਹੈ, ਉਹਨਾਂ ਦਾ ਵਿਸ਼ਵਾਸ ਜਿੱਤਣਾ ਜ਼ਰੂਰੀ ਹੈ। ਪਿਆਰ ਭਰੇ ਢੰਗ ਦੇ ਨਾਲ ਉਹਨਾਂ ਨੂੰ ਇਹ ਸਮਝਾਉਣਾ ਚਾਹੀਦਾ ਹੈ ਕਿ ਭਾਈ ਆਪਾਂ ਨੇ ਮੱਥੇ ਤਾਂ ਬਹੁਤ ਟੇਕ ਲਏ, ਅਤੇ ਹੁਣ ਆਪਾਂ ਗੁਰਬਾਣੀ ਨੂੰ ਹਿਰਦੇ 'ਚ ਵੀ ਵਸਾ ਲਈਏ, ਇਹਦੇ ਉਪਦੇਸ਼ ਨੇ ਜਿਹੜੇ ਉਹ ਵੀ ਆਪਾਂ ਸਮਝ ਲਈਏ, ਇਹਦੇ ਅਨੁਸਾਰ ਆਪਣੀ ਜ਼ਿੰਦਗੀ ਵੀ ਬਣਾ ਲਈਏ। ਇਸ ਤਰ੍ਹਾਂ ਅੱਗੇ ਤੋਂ ਅੱਗੇ ਸਮਝਾਉਣ ਦਾ ਯਤਨ ਕਰੋ। ਸਿੱਧੀ ਗੱਲ ਕਿ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਕਿ ਨਹੀਂ, ਇਹਦੇ ਨਾਲ ਤੁਸੀਂ ਜੇ ਨਹੀਂ ਟੇਕੋਗੇ ਤਾਂ ਵਿਰੋਧ ਹੋਵੇਗਾ। ਸੋ ਜਿਹੜੀ ਪਰੰਪਰਾ ਇੱਕ ਵਾਰੀ ਬਣ ਜਾਂਦੀ ਹੈ ਉਹਨੂੰ ਬਦਲਣਾ ਕਾਫੀ ਔਖਾ ਹੈ। ਇਹਦੇ ਵਾਸਤੇ ਲੋਕਾਂ ਦਾ ਜਨ ਸਮੂਹ ਤੁਹਾਨੂੰ ਆਪਣੇ ਨਾਲ ਤਿਆਰ ਕਰਨਾ ਪਵੇਗਾ, ਗਿਆਨ ਦੇਣਾ ਪਵੇਗਾ, ਫਿਰ ਸੁਧਾਰ ਹੋਵੇਗਾ। ਸਿੱਧਮ ਸਿੱਧੇ ਇੱਕੋ ਦਿਨ ਜਾ ਕੇ ਸੰਗਤ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਇਹ ਤੁਹਾਡੇ ਵਾਸਤੇ ਖਤਰੇ ਤੋਂ ਖਾਲੀ ਨਹੀਂ ਹੋਵੇਗਾ। ਸਵਾਲ ਨੰਬਰ 376 ਭਾਈ ਮੁਖਤਿਆਰ ਸਿੰਘ ਹਰੀਨਗਰ ਨਵੀਂ ਦਿੱਲੀ ਤੋਂ। ਇਹਨਾਂ ਦਾ ਸਵਾਲ ਹੈ, ਅਜੋਕੇ ਸਮੇਂ ਵਿੱਚ ਅਖੰਡ ਪਾਠ ਨਾਲ ਜੋਤ ਜਗਾਉਣੀ ਚਾਹੀਦੀ ਹੈ ਕਿ ਨਹੀਂ? ਗੁਰੂ ਪਿਆਰ ਵਾਲਿਓ, ਅਜੋਕੇ ਸਮੇਂ ਵਿੱਚ ਤਾਂ ਅਖੰਡ ਪਾਠ ਹੀ ਨਹੀਂ ਕਰਾਉਣਾ ਚਾਹੀਦਾ। ਤੁਸੀਂ ਆਪ ਜਿੰਨੀ ਕੁ ਬਾਣੀ ਪੜ੍ਹ ਸਕੋ ਅਤੇ ਉਹਨੂੰ ਸਮਝ ਸਕੋ, ਆਪਣੀ ਜ਼ਿੰਦਗੀ 'ਚ ਲਾਗੂ ਕਰ ਸਕੋ, ਤੁਸੀਂ ਆਪ ਪੜ੍ਹੋ। ਉਹਨਾਂ ਜ਼ਮਾਨਿਆਂ 'ਚ ਜਦੋਂ ਅਨਪੜ੍ਹਤਾ ਸੀ ਤਾਂ ਦੂਜੇ ਤੋਂ ਪਾਠ ਸੁਣ ਲੈਣਾ ਵਾਜਬ ਸੀ, ਜਾਇਜ਼ ਸੀ। ਅੱਜ ਕਰੀਬ ਬਹੁਤ ਸਾਰੇ ਲੋਕ, ਬਾਲ ਬੱਚੇ, ਭੈਣ ਭਾਈ ਪੜ੍ਹੇ ਹੋਏ ਨੇ ਅਤੇ ਉਹ ਆਪ ਬਾਣੀ ਪੜ੍ਹਨ ਤੋਂ ਕਿਉਂ ਡਰਦੇ ਨੇ, ਕਿਉਂ ਕੰਨੀ ਕਤਰਾਉਂਦੇ ਨੇ? ਆਪਣੇ ਘਰਾਂ 'ਚ 2 ਹਿੱਸਿਆਂ 'ਚ, 4 ਹਿੱਸਿਆਂ 'ਚ, ਜਾਂ ਜਿਵੇਂ ਤੁਹਾਡਾ ਦਿਲ ਕਰੇ ਗੁਰਬਾਣੀ ਦੀਆਂ ਪੋਥੀਆਂ ਆਪ ਰੱਖੋ ਅਤੇ ਆਪ ਪਾਠ ਕਰੋ। ਅਤੇ ਅੱਜ ਤਾਂ ਇਹ ਵੀ ਸਹੂਲਤ ਹੋ ਗਈ ਹੈ ਕਿ ਕੀਤੇ ਹੋਏ ਪਾਠ ਰਿਕਾਰਡ ਕਰਕੇ ਚੰਗੇ ਵਿਦਵਾਨਾਂ ਦੇ ਸ਼ੁੱਧ ਉਚਾਰਨ ਦੇ ਨਾਲ ਉਹ ਪਾਠ ਕੀਤੇ ਹੋਏ ਵੀ ਤੁਹਾਨੂੰ ਰਿਕਾਰਡ ਕਰਕੇ ਮਿਲ ਜਾਂਦੇ ਨੇ, ਅਤੇ ਪੈਨ ਡਰਾਈਵ 'ਚ ਜਾਂ ਮੋਬਾਈਲ 'ਚ ਜਾਂ ਕੰਪਿਊਟਰ 'ਚ CD 'ਚ ਉਹ ਪਾਠ ਬੋਲ ਕੇ ਕੀਤੇ ਹੋਏ ਵੀ ਮਿਲ ਜਾਂਦੇ ਨੇ, ਅਤੇ ਤੁਸੀਂ ਉਹਨਾਂ ਨੂੰ ਬੈਠ ਕੇ ਆਰਾਮ ਨਾਲ ਸੁਣ ਸਕਦੇ ਹੋ। ਅਤੇ ਇਹ ਤਾਂ ਹੈ ਕਿ ਪਾਠ ਦੂਜੇ ਤੋਂ ਮੁੱਲ ਦਾ ਨਹੀਂ ਕਰਾਉਣਾ ਚਾਹੀਦਾ। ਇਸ ਜਿਹੜਾ ਸਿਆਪਾ ਹੈ ਸਾਡੇ ਗਲ ਪਿਆ, ਪੁਜਾਰੀ ਨੇ ਪਾਇਆ, ਇਹਨੂੰ ਗਲੋਂ ਉਤਾਰ ਦਈਏ ਕਿ ਦੂਜਿਆਂ ਤੋਂ ਅਖੰਡ ਪਾਠ ਨਾ ਕਰਾਈਏ। ਇਹਨਾਂ ਨੇ ਤਾਂ ਐਡਾ ਸਾਡੇ 'ਤੇ ਜਾਲਾ ਤਣਿਆ ਹੋਇਆ, ਇੱਕ ਅਖੰਡ ਪਾਠ ਨਾਲ ਨਹੀਂ ਸਰਿਆ, ਇਹਦੀ ਕਮਜ਼ੋਰੀ ਰਹਿ ਗਈ ਇੱਕ ਅਖੰਡ ਪਾਠ ਦੀ, ਫਿਰ ਇਹਦੇ ਨਾਲ ਜਪਜੀ ਸਾਹਿਬ ਦਾ ਪਾਠ ਇੱਕ ਹੋਰ ਰੱਖ ਦਿਓ, ਉਹ ਵੀ ਸ਼ੁਰੂ ਕਰਵਾਤਾ। ਫਿਰ ਇੱਕ ਪਾਠ ਨਾਲ ਅਤੇ ਜਪਜੀ ਸਾਹਿਬ ਦੇ ਨਾਲ ਵੀ ਨਹੀਂ ਸਰਿਆ, ਫਿਰ ਤੁਸੀਂ ਅਖੰਡ ਪਾਠ ਲਗਾਤਾਰ 11 ਅਖੰਡ ਪਾਠ ਕਰਵਾ ਦਿਓ, ਫਿਰ 51 ਕਰਾ ਦਿਓ, ਫਿਰ 101 ਅਖੰਡ ਪਾਠ ਕਰਾ ਦਿਓ, ਫਿਰ ਉਹਦੇ ਵਿੱਚ ਤੁਸੀਂ ਮੰਤਰ ਜਾਪ ਵੀ ਕਰ ਦਿਓ। ਫਿਰ ਅੱਜ ਕੱਲ੍ਹ ਤਾਂ ਕਈਆਂ ਥਾਵਾਂ 'ਤੇ ਡੇਰਿਆਂ ਦੇ ਵਿੱਚ 10ਮ ਗ੍ਰੰਥ ਬਚਿੱਤਰ ਨਾਟਕ ਦੇ ਅਖੰਡ ਪਾਠ ਵੀ ਹੁੰਦੇ ਨੇ, ਅਤੇ ਉਹ ਦੂਜੇ ਪਾਠ ਨਾਲੋਂ ਜ਼ਿਆਦਾ ਮਹਿੰਗੇ ਹੁੰਦੇ ਨੇ। ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਤਾਂ ਇਹ ਸ਼ਰੇਆਮ ਇਸ਼ਤਿਹਾਰਬਾਜ਼ੀ ਕਰਕੇ 10ਵੇਂ ਗ੍ਰੰਥ ਦੇ ਪਾਠ ਕਰਾਏ ਵੀ ਉਹਨਾਂ ਤੋਂ ਮਿਲ ਜਾਂਦੇ ਨੇ, ਅਤੇ ਇਸ ਤਰ੍ਹਾਂ ਅਸੀਂ ਆਪਣੀ ਲੁੱਟ ਕਰਵਾ ਰਹੇ ਹਾਂ। ਰਹੀ ਜੋਤ ਦੀ ਗੱਲ, ਜਿਨ੍ਹਾਂ ਸਮਿਆਂ 'ਚ ਬਿਜਲੀ ਨਹੀਂ ਸੀ, ਹੋਰ ਕੋਈ ਸਾਧਨ ਨਹੀਂ ਸੀ, ਉਦੋਂ ਘਿਓ ਦਾ ਦੀਵਾ ਬਾਲ ਕੇ ਰੌਸ਼ਨੀ ਕਰਨ ਦਾ ਪ੍ਰਬੰਧ ਕੀਤਾ ਜਾਂਦਾ ਸੀ, ਅਤੇ ਹੌਲੀ ਹੌਲੀ ਸਮਾਂ ਪਾ ਕੇ ਮਿੱਟੀ ਦੇ ਤੇਲ ਦੀ ਕਾਢ ਨਿਕਲੀ, ਸਰੋਂ ਦਾ ਤੇਲ ਪੀੜਨ ਵਾਸਤੇ, ਅਤੇ ਸਰੋਂ 'ਚੋਂ ਤੇਲ ਕੱਢਣ ਵਾਸਤੇ ਕੋਹਲੂ ਬਣ ਗਏ, ਅਤੇ ਫਿਰ ਸਰੋਂ ਦੇ ਤੇਲ ਦੇ ਦੀਵੇ ਬਾਲਣ ਲੱਗ ਪਏ। ਅਤੇ ਇਸੇ ਤਰ੍ਹਾਂ ਹੌਲੀ ਹੌਲੀ ਮਿੱਟੀ ਦਾ ਤੇਲ ਜਦੋਂ ਮਨੁੱਖ ਨੇ ਲੱਭ ਲਿਆ ਤਾਂ ਉਹਦੀ ਸਹੂਲਤ ਆ ਗਈ, ਤਾਂ ਲਾਲਟੈਣਾ ਅਤੇ ਲੈਂਪ ਬਣ ਗਏ, ਅਤੇ ਸਮਾਂ ਪਾ ਕੇ ਬਿਜਲੀ ਦੀ ਕਾਢ ਕੱਢੀ ਗਈ, ਤਾਂ ਬਿਜਲੀ ਦੇ ਬਲਬ ਵੀ ਦੁਨੀਆ ਭਰ ਦੇ ਵਿੱਚ ਅੱਜ ਤਰ੍ਹਾਂ ਤਰ੍ਹਾਂ ਦੇ ਮੌਜੂਦ ਨੇ। ਅਤੇ ਜਦੋਂ ਇੰਨੀਆਂ ਕਾਢਾਂ ਅਸੀਂ ਹੋਰ ਪ੍ਰਵਾਨ ਕਰ ਲਈਆਂ ਹੋਈਆਂ ਨੇ ਜ਼ਿੰਦਗੀ ਦੇ ਵਿੱਚ, ਸਾਡਾ ਉਹਨਾਂ ਤੋਂ ਬਿਨਾਂ ਸਰਦਾ ਨਹੀਂ ਹੈ, ਤਾਂ ਫਿਰ ਜੋਤ ਸਾਡਾ ਕੀ ਸੰਵਾਰੇਗੀ, ਅਤੇ ਬਲਬ ਸਾਡਾ ਕੀ ਵਿਗਾੜ ਰਿਹਾ ਹੈ?
ਤੇ ਬਿਜਲੀ ਦੇ ਰਾਹੀਂ ਜੇ ਚਾਨਣਾ ਕਰ ਲਈਏ ਤਾਂ ਕੀ ਬੁਰੀ ਗੱਲ ਹੈ। ਅੱਜ ਤਾਂ ਸਿੱਖਾਂ ਦੀ ਅਕਲ ਦਾ ਜਲੂਸ ਇੱਥੋਂ ਤੱਕ ਨਿਕਲਿਆ ਹੋਇਆ, ਸਿਖਰ ਦੁਪਹਿਰੇ ਦਿਨੇ ਵੀ ਜੋਤ ਜਗਾਈ ਬੈਠੇ ਹੁੰਦੇ ਨੇ, ਸਮੇਤ ਦਰਬਾਰ ਸਾਹਿਬ ਦੇ ਅਤੇ ਹੋਰਨਾਂ ਗੁਰਦੁਆਰਿਆਂ ਦੇ ਦਿਨੇ ਵੀ ਦੀਵੇ ਬਾਲੀ ਬੈਠੇ ਨੇ। ਇਹਨਾਂ ਦੀਵਿਆਂ ਨੂੰ ਦਿਨੇ ਬਾਲਣ ਵਾਲੇ ਨੂੰ ਆਮ ਤੌਰ 'ਤੇ ਪੁਰਾਤਨ ਪੇਂਡੂ ਬੋਲੀ 'ਚ ਕਿਹਾ ਜਾਂਦਾ ਸੀ, ਜਿਹੜਾ ਦਿਨੇ ਦੀਵਾ ਬਾਲਦਾ ਉਹਦਾ ਦਿਵਾਲਾ ਨਿਕਲ ਗਿਆ, ਭਾਵ ਕਿ ਉਹ ਮਲੰਗ ਹੋ ਗਿਆ, ਕੱਖ ਨਹੀਂ ਉਹਦੇ ਪੱਲੇ ਰਿਹਾ। ਤਾਂ ਇਹ ਦਿਨੇ ਦੀਵਾ ਬਾਲਣ ਦਾ ਸਾਡੇ ਪੱਲੇ ਅੱਜ ਮਾਨਸਿਕ ਪੱਖੋਂ ਕੱਖ ਨਹੀਂ ਰਿਹਾ, ਦਿਮਾਗ ਤੌਰ 'ਤੇ ਅਸੀਂ ਦਿਵਾਲੀਏ ਹੋ ਚੁੱਕੇ ਹੋਏ ਹਾਂ, ਕਿਉਂਕਿ ਦਿਨੇ ਹੀ ਦੀਵੇ ਬਾਲੀ ਬੈਠੇ ਹਾਂ, ਜੋਤਾਂ ਜਗਾਈ ਬੈਠੇ ਹਾਂ, ਇਹਨਾਂ ਦੀ ਕੋਈ ਕੀਮਤ ਨਹੀਂ ਹੈ। ਸੋ ਅਖੰਡ ਪਾਠ ਦੇ ਨਾਲ ਪਹਿਲਾਂ ਦੀਵਾ ਬਾਲਣ ਦੀ ਲੋੜ ਸੀ ਤੇ ਅੱਜ ਬਿਜਲੀ ਹੈ। ਜੇ ਕਿਸੇ ਨੇ ਕਰਾਉਣਾ ਹੀ ਹੈ ਅਖੰਡ ਪਾਠ ਤਾਂ ਬਿਜਲੀ ਦੇ ਬਲਬ ਹੈਗੇ ਨੇ, ਅੱਗੇ ਮਰਜ਼ੀ ਉਹਨਾਂ ਦੀ, ਜਿਹੜੇ ਕਰਦੇ ਨੇ ਕਰਾਉਂਦੇ ਨੇ। ਜਦੋਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਅਖੰਡ ਪਾਠ ਦੀ ਹੀ ਲੋੜ ਨਹੀਂ, ਤਾਂ ਜੋਤ ਤਾਂ ਆਪਣੇ ਆਪ ਬੁਝ ਗਈ ਹੈ। ਅੱਜ ਆਪ ਪਾਠ ਕਰੋ ਜਾਂ ਆਪ ਸੁਣੋ ਤੇ 24 ਘੰਟੇ 48 ਘੰਟੇ ਲਗਾਤਾਰ ਨਾ ਕੋਈ ਸੁਣ ਸਕਦਾ ਨਾ ਕੋਈ ਬਹਿ ਸਕਦਾ। ਪਾਠੀ ਆਉਂਦੇ ਨੇ ਬਦਲ ਜਾਂਦੇ ਨੇ ਤੇ ਪੱਤਰੇ ਪੂਰੇ ਗਿਣਤੀ ਕਰਦੇ ਨੇ ਤੇ ਡਿਊਟੀਆਂ ਪੂਰੀਆਂ ਕਰਕੇ 3 ਦਿਨਾਂ ਪਿੱਛੋਂ ਪੈਸੇ ਲੈ ਕੇ ਹੋ ਗਏ ਤੇ ਹੋ ਗਏ। ਪਾਠ ਘਰ ਵਾਲੇ ਹੱਥ ਮਲਦੇ ਰਹਿ ਜਾਂਦੇ ਨੇ, ਪੱਲੇ ਤਾਂ ਕੁਝ ਵੀ ਨਹੀਂ ਪਿਆ। ਕੇਵਲ 50,000 ਜਾਂ ਲੱਖ ਰੁਪਈਆ ਜਾਂ ਹੋਰ ਵਾਧੂ ਉਹ ਖਰਚ ਜ਼ਰੂਰ ਹੋ ਗਿਆ, ਅਕਲ ਦੀ ਗੁਰਮਤ ਦੀ ਕੋਈ ਗੱਲ ਪੱਲੇ ਨਹੀਂ ਰਹੀ। ਬਾਹਰ ਆ ਜਾਓ ਭਰਾਵੋ ਭੈਣੋ, ਜੋਤਾਂ 'ਚੋਂ ਅਖੰਡ ਪਾਠਾਂ 'ਚੋਂ ਗੁਰਬਾਣੀ ਨੂੰ ਆਪ ਸਮਝੋ ਅਤੇ ਹੋਰ ਦੁਨੀਆ ਦਾ ਗਿਆਨ ਹਾਸਲ ਕਰਕੇ ਸਿਆਣੇ ਮਨੁੱਖ ਬਣੋ ਅਤੇ ਚੰਗੇ ਕੰਮ ਕਰੋ। ਸਵਾਲ ਨੰਬਰ 377 ਭਾਈ ਕੁਲਵਿੰਦਰ ਸਿੰਘ, ਪਿੰਡ ਮਾਹਲ ਖੈਲਾ, ਨਵਾਂ ਸ਼ਹਿਰ। ਇਹਨਾਂ ਦਾ ਸਵਾਲ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਕੋਈ ਹੱਥ ਲਿਖਤ ਸਾਡੇ ਕੋਲ ਹੈ ਜਾਂ ਉਹਨਾਂ ਨੇ ਕੁਝ ਲਿਖਿਆ ਵੀ ਹੈ। ਗੁਰੂ ਪਿਆਰ ਵਾਲਿਓ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਕੋਈ ਵੀ ਇੱਕ ਅੱਖਰ ਵੀ ਸਾਨੂੰ ਲਿਖਿਆ ਹੋਇਆ ਨਹੀਂ ਮਿਲਦਾ। ਜੋ ਕੁਝ ਬਾਅਦ ਦੇ ਵਿੱਚ ਪੁਜਾਰੀ ਤਬਕੇ ਨੇ, ਪੈਸਾ ਕਮਾਉਣ ਵਾਲਿਆਂ ਨੇ ਉਹਨਾਂ ਦੇ ਨਾਮ ਥੱਲੇ ਮੜ ਦਿੱਤਾ। ਦਸਮ ਗ੍ਰੰਥ ਵਰਗੀ ਭੈੜੀ ਰਚਨਾ, ਲੱਚਰ ਕਵਿਤਾ ਦੀ ਰਚਨਾ ਉਹ ਵੀ ਸਾਡੇ ਪੱਲੇ ਪਾ ਦਿੱਤੀ ਕਿ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਜਾਪ ਸਾਹਿਬ, ਚੌਪਈ, ਸਵਈਏ ਵੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ ਹੈ। ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਨੇ ਕੋਈ ਵੀ ਇੱਕ ਅੱਖਰ ਵੀ ਲਿਖਿਆ ਕਿ ਨਹੀਂ ਲਿਖਿਆ, ਇਹਦੇ ਬਾਰੇ ਤਾਂ ਅਸੀਂ ਦਾਅਵਾ ਨਹੀਂ ਕਰ ਸਕਦੇ, ਪਰ ਸਾਡੇ ਤੱਕ ਉਹਨਾਂ ਦੀ ਕੋਈ ਲਿਖਤ ਨਹੀਂ ਪਹੁੰਚੀ। ਤੇ ਅੱਜ ਸਾਨੂੰ ਗੁੰਮਰਾਹ ਕਰਨ ਵਾਲੇ ਬਹੁਤ ਲੋਕ ਨੇ। ਇਹ ਤਾਂ ਜੀ ਜਾਪ ਸਾਹਿਬ ਉਹਨਾਂ ਨੇ ਲਿਖਿਆ, ਆਹ ਹੁਕਮਨਾਮਾ ਉਹਨਾਂ ਨੇ ਜਾਰੀ ਕੀਤਾ। ਹੁਕਮਨਾਮੇ ਉਹਨਾਂ ਦੇ ਆਪਣੇ ਹੱਥ ਦੇ ਨਹੀਂ ਹੈਗੇ, ਉਹ ਉਹਨਾਂ ਦੇ ਸਿੱਖਾਂ ਵੱਲੋਂ ਲਿਖੇ ਹੋਏ ਹੈਗੇ ਨੇ। ਉਹ ਪਤਾ ਨਹੀਂ ਅਸਲੀ ਨੇ ਕਿ ਨਕਲੀ ਨੇ। ਪਿਆਰਾ ਸਿੰਘ ਪਦਮ ਨੇ ਹੁਕਮਨਾਮੇ ਨਾਮ ਦੀ ਕਿਤਾਬ ਸੰਪਾਦਿਤ ਕੀਤੀ ਹੈ। ਡਾਕਟਰ ਗੰਡਾ ਸਿੰਘ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਹੈ। ਉਹਨਾਂ ਨੇ ਸਾਫ਼ ਲਿਖਿਆ ਕਿ ਗੁਰੂ ਸਾਹਿਬ ਦੇ ਕੋਈ ਸੇਵਕ ਸੀ ਜਿਹੜੇ ਉਹ ਇਹ ਚਿੱਠੀਆਂ ਲਿਖਦੇ ਸੀ। ਇਹ ਚਿੱਠੀਆਂ ਸੀ ਅਸਲ ਦੇ ਵਿੱਚ, ਤੇ ਹੁਕਮਨਾਮੇ ਇਹਨਾਂ ਨੂੰ ਬਾਅਦ ਦੇ ਵਿੱਚ ਆਦਰ ਦੇ ਨਾਲ ਬਣਾ ਲਿਆ ਗਿਆ। ਹੁਣ ਨਿੱਕੀਆਂ ਨਿੱਕੀਆਂ ਗੱਲਾਂ ਇਹਨਾਂ ਚਿੱਠੀਆਂ 'ਚ ਮਿਲਦੀਆਂ ਨੇ ਕਿ ਉੱਥੋਂ ਇੰਨੇ ਕੁ ਅੰਨਦਾਣਾ ਲਿਆਉਣਾ, ਇੰਨੇ ਕੁ ਕੱਪੜੇ ਲੀੜੇ ਲਿਆਉਣਾ, ਜਾਂ 1-2 ਮੋਹਰਾਂ ਲਿਆਉਣਾ, ਜਾਂ ਕੋਈ ਹੋਰ ਇਹੋ ਜਿਹੀ ਗੱਲ ਫਲਾਣੀ ਥਾਂ 'ਤੇ ਸੁਨੇਹਾ ਪਹੁੰਚਾ ਦੇਣਾ। ਇਹ ਸਧਾਰਨ ਚਿੱਠੀਆਂ ਸੀ, ਉਹਨਾਂ ਜ਼ਮਾਨੇ 'ਚ ਲਿਖੀਆਂ ਗਈਆਂ। ਇਹ ਉਹਨਾਂ ਦੇ ਸੇਵਕਾਂ ਵੱਲੋਂ ਲਿਖੀਆਂ ਗਈਆਂ ਸੀ, ਪਰ ਇਹਨਾਂ ਦਾ ਸਬੂਤ ਇਹ ਕੋਈ ਨਹੀਂ ਬਣਦਾ ਕਿ ਇਹ ਕਦੋਂ ਲਿਖੀਆਂ ਗਈਆਂ ਨੇ, ਗੁਰੂ ਕਾਲ ਦੀਆਂ ਨੇ ਜਾਂ ਮਗਰੋਂ ਦੀਆਂ ਨੇ। ਇਹ ਬਿਨਾਂ ਤਰੀਕਾਂ ਤੋਂ, ਬਿਨਾਂ ਸਬੂਤਾਂ ਤੋਂ ਨੇ। ਤੁਸੀਂ ਇਹ ਕਿਤਾਬਾਂ ਡਾਕਟਰ ਗੰਡਾ ਸਿੰਘ ਵਾਲੀ ਅਤੇ ਪਿਆਰਾ ਸਿੰਘ ਪਦਮ ਵਾਲੀਆਂ ਪੜ੍ਹ ਸਕਦੇ ਹੋ। ਹੋਰ ਵੀ ਜਿਹੜੀਆਂ ਕਿਤਾਬਾਂ ਇਹੋ ਜਿਹੀਆਂ ਹੈਗੀਆਂ ਨੇ, ਉਹਨਾਂ ਦੇ ਵਿੱਚ ਕੋਈ ਵੀ ਸਬੂਤ ਨਹੀਂ ਹੈ। ਤੇ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜੀਆਂ ਗਈਆਂ ਰਚਨਾਵਾਂ ਉਹ ਕਿਸੇ ਹੋਰ ਕਵੀਆਂ ਆਦਿਕ ਦੀਆਂ ਲਿਖੀਆਂ ਹੋਈਆਂ ਨੇ। ਗੁਰੂ ਸਾਹਿਬ ਦਾ ਇੱਕ ਵੀ ਅੱਖਰ ਲਿਖਿਆ ਹੋਇਆ ਸਾਡੇ ਤੱਕ ਨਹੀਂ ਪਹੁੰਚਿਆ। ਸਵਾਲ ਨੰਬਰ 378 ਭਾਈ ਕੁਲਵਿੰਦਰ ਸਿੰਘ, ਪਿੰਡ ਮਾਹਲ ਖੈਲਾ, ਨਵਾਂ ਸ਼ਹਿਰ। ਇਹਨਾਂ ਦਾ ਅਗਲਾ ਸਵਾਲ ਹੈ, ਮਾਛੀਵਾੜੇ 2 ਸਮਾਧਾਂ ਬਣੀਆਂ ਹੋਈਆਂ ਹਨ, ਗਨੀ ਖਾਨ ਤੇ ਨਬੀ ਖਾਨ ਦੀਆਂ, ਕੀ ਉਹਨਾਂ ਨੂੰ ਮੱਥਾ ਟੇਕਣਾ ਚਾਹੀਦਾ ਹੈ? ਗੁਰੂ ਪਿਆਰ ਵਾਲਿਓ, ਗੁਰੂ ਸਾਹਿਬ ਨੇ ਮੜੀ ਨੂੰ, ਕਬਰ ਨੂੰ, ਮਨੁੱਖ ਨੂੰ ਤੇ ਜਾਂ ਰੁੱਖ ਨੂੰ ਜਾਂ ਪਸ਼ੂ ਪੰਛੀ ਨੂੰ, ਕਿਸੇ ਵੀ ਹੋਰ ਚੀਜ਼ ਨੂੰ ਮੱਥਾ ਟੇਕਣ ਤੋਂ ਮਨ੍ਹਾ ਕੀਤਾ ਹੋਇਆ। ਜੇ ਪਰੰਪਰਾ ਦੇ ਵਿੱਚ ਸ਼ਾਮਿਲ ਹੋਏ ਆ ਤਾਂ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦੀ ਪਰੰਪਰਾ ਸਾਡੇ ਵਿੱਚ ਕਾਇਮ ਹੈ। ਤੇ ਅੱਜ ਤਾਂ ਜਿਉਂਦੇ ਸਾਧਾਂ ਨੂੰ ਅਤੇ ਸਾਧਾਂ ਦੀਆਂ ਕਬਰਾਂ ਨੂੰ ਵੀ, ਮੜੀਆਂ ਨੂੰ ਵੀ ਮੱਥੇ ਟੇਕੇ ਜਾ ਰਹੇ ਨੇ। ਗਨੀ ਖਾਨ, ਨਬੀ ਖਾਨ ਦੀ ਪਹਿਲੀ ਗੱਲ ਤਾਂ ਕੋਈ ਪਤਾ ਨਹੀਂ ਕਿ ਇਹ ਕਬਰ ਉਹਨਾਂ ਦੀ ਹੈ ਕਿ ਕਿਸੇ ਹੋਰ ਦੀ ਹੈ। ਤੇ ਦੂਜੀ ਗੱਲ, ਜੇ ਕਬਰ ਉਹਨਾਂ ਦੀ ਹੋਵੇ ਵੀ ਤਾਂ
ਉਹਨਾਂ ਦਾ ਮੱਥਾ ਟੇਕਣ ਦਾ ਉਸ ਨੂੰ ਕੋਈ ਮਤਲਬ ਨਹੀਂ ਹੈ। ਸਿੱਖਾਂ ਨੇ ਕਬਰਾਂ ਨੂੰ ਮੱਥਾ ਨਹੀਂ ਟੇਕਣਾ। ਜੇ ਕੁਝ ਕਰਨਾ ਚਾਹੀਦਾ ਹੈ ਤਾਂ ਉਹਨਾਂ ਦੇ ਨਾਲ ਯਾਦਾਸ਼ਤ ਵਾਲੀਆਂ ਗੱਲਾਂ, ਕੋਈ ਇਤਿਹਾਸ ਦੀਆਂ ਘਟਨਾਵਾਂ ਜੇ ਮਿਲ ਸਕਣ ਤਾਂ ਸਹੀ ਰੂਪ ਦੇ ਵਿੱਚ ਸੰਗਤਾਂ 'ਚ ਉਹ ਵਿਖਾਈਆਂ ਜਾਣ, ਉਹ ਪਹੁੰਚਾਈਆਂ ਜਾਣ, ਨਾ ਕਿ ਕਬਰਾਂ ਦੀ ਪੂਜਾ ਕੀਤੀ ਜਾਵੇ। ਅੱਜ ਤਾਂ ਸਾਡੇ ਸਾਰੇ ਕਿਤੇ ਪੂਜਾ ਕਰਵਾ ਕੇ ਬੋਝੇ 'ਚੋਂ ਪੈਸੇ ਕਢਵਾਏ ਜਾਂਦੇ ਨੇ ਅਤੇ ਬੇਅਕਲ ਅਤੇ ਮੂਰਖ ਸਾਨੂੰ ਬਣਾਇਆ ਜਾਂਦਾ ਹੈ। ਭਾਵੇਂ ਨਬੀ ਖਾਂ ਗਨੀ ਖਾਨ ਨੇ ਵੱਡਾ ਵਧੀਆ ਪਰਉਪਕਾਰ ਦਾ ਕੰਮ ਕੀਤਾ, ਗੁਰੂ ਸਾਹਿਬ ਦਾ ਸਾਥ ਦਿੱਤਾ, ਪਰ ਉਹਨਾਂ ਦੀਆਂ ਕਬਰਾਂ ਪੂਜਣ ਦਾ ਕੋਈ ਮਾਇਨਾ ਨਹੀਂ ਹੈ। ਅੱਜ ਤਾਂ ਸਾਡੇ ਆਪਣੇ ਸਾਧ ਵੀ ਜਿਹੜੇ ਸਿੱਖ ਅਖਵਾਉਂਦੇ ਨੇ, ਸਿੱਖ ਸ਼ਕਲਾਂ ਵਾਲੇ ਨੇ, ਉਹ ਵੀ ਇਹੋ ਜਿਹੇ ਢੰਗ ਵਰਤਦੇ ਨੇ। ਉਹ ਆਪਣੀ ਕਬਰ ਮੜੀ ਆਦਿਕ ਜਿੱਥੇ ਬਣਾਉਂਦੇ ਨੇ ਉੱਥੇ ਉੱਤੇ ਗੁਰਦੁਆਰਾ ਬਣਵਾ ਲੈਂਦੇ ਨੇ, ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਨੇ। ਥੱਲੇ ਸਾਧ ਦੀ ਮੜੀ ਹੁੰਦੀ ਹੈ, ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ। ਅਤੇ ਇਹ ਵਿੰਗੇ ਟੇਢੇ ਢੰਗ ਨਾਲ ਲੋਕੀ ਤਾਂ ਇਹ ਸਮਝਦੇ ਨੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਹਾਂ, ਪਰ ਉਹਦੇ ਥੱਲੇ ਸਾਧ ਦੀ ਮੜੀ ਜਾਂ ਕਬਰ ਜਾਂ ਉਹਦੀਆਂ ਹੱਡੀਆਂ ਵੀ ਪਈਆਂ ਹੁੰਦੀਆਂ ਨੇ। ਇਹ ਅੰਨੇ ਸ਼ਰਧਾਲੂ ਆਮ ਸਿੱਖਾਂ ਤੋਂ ਇਹੋ ਜਿਹੇ ਕੰਮ ਕਰਵਾ ਰਹੇ ਨੇ। ਪ੍ਰਬੰਧਕ ਡੇਰੇਦਾਰ ਇਹੋ ਜਿਹੇ ਭੈੜੇ ਕੰਮ ਕਰਵਾ ਰਹੇ ਨੇ। ਕਈਆਂ ਸਾਧਾਂ ਦੀਆਂ ਤਾਂ ਦੇਹਾਂ ਨੂੰ, ਮਰ ਚੁੱਕੇ ਸਰੀਰਾਂ ਨੂੰ ਗੁਰਦੁਆਰੇ ਦੀ ਹਦੂਦ ਅੰਦਰ ਫੂਕਿਆ ਜਾਂਦਾ ਅਤੇ ਉੱਥੇ ਉਹਦੀ ਮੜੀ ਬਣਾ ਲਈ ਜਾਂਦੀ ਹੈ ਅਤੇ ਉਹਦੀ ਪੂਜਾ ਸ਼ੁਰੂ ਹੋ ਜਾਂਦੀ ਹੈ। ਚਾਹੇ ਨਬੀ ਖਾਂ ਗਨੀ ਖਾਨ ਹੈ, ਚਾਹੇ ਕੋਈ ਹੋਰ ਹੈ, ਸਿੱਖਾਂ ਦੇ ਵਿੱਚ ਮੜੀ, ਕਬਰ ਆਦਿਕ ਦੀ ਪੂਜਾ ਦੀ ਸਖਤ ਮਨਾਹੀ ਹੈ। ਅਸੀਂ ਇੱਕ ਰੱਬ ਨੂੰ ਮੰਨਣ ਵਾਲੇ ਹਾਂ, ਮੜੀਆਂ ਦੇ ਪੁਜਾਰੀ ਨਹੀਂ ਹਾਂ। ਸਵਾਲ ਨੰਬਰ 379, ਭਾਈ ਜਗਤਾਰ ਸਿੰਘ ਚਮਕੌਰ ਤੋਂ, ਜ਼ਿਲ੍ਹਾ ਰੋਪੜ ਤੋਂ। ਇਹਨਾਂ ਦਾ ਸਵਾਲ ਹੈ ਕਿ ਸਿੱਖ ਧਰਮ ਤਰਕ ਦਾ ਧਰਮ ਹੈ? ਜੀ ਹਾਂ, ਇਹ ਤਰਕ ਦਾ ਧਰਮ ਹੈ ਅਤੇ ਇਹ ਇਨਕਲਾਬੀ ਧਰਮ ਹੈ। ਭਾਵ ਕਿ ਗੁਰੂ ਨਾਨਕ ਸਾਹਿਬ ਇਕੱਲੇ ਧਰਮੀ ਨਹੀਂ, ਉਹ ਬਲਕਿ ਇਨਕਲਾਬੀ ਸਨ, ਕ੍ਰਾਂਤੀਕਾਰੀ ਸਨ। ਉਹਨਾਂ ਨੇ ਹਕੂਮਤਾਂ ਨਾਲ ਟੱਕਰਾਂ ਲਈਆਂ ਨੇ। ਉਹ ਕ੍ਰਾਂਤੀਕਾਰੀਆਂ ਦਾ ਕੰਮ ਹੁੰਦਾ, ਵੱਡੀਆਂ ਵੱਡੀਆਂ ਹਕੂਮਤਾਂ ਨਾਲ ਟਕਰਾ ਜਾਣਾ, ਜੰਗ ਲੜਨੇ। ਜੇ ਕਿਤੇ ਹੋਰ ਕੋਈ ਪੇਸ਼ ਨਾ ਗਈ ਤਾਂ ਭਾਵੇਂ ਜਾਨ ਚਲੀ ਜਾਵੇ, ਪਰ ਆਪਣੇ ਅਸੂਲਾਂ 'ਤੇ ਸਮਝੌਤਾ ਨਾ ਕਰਨਾ। ਰਹੀ ਗੱਲ ਕਿ ਗੁਰੂ ਸਾਹਿਬ ਤਰਕ 'ਤੇ ਆਧਾਰਿਤ ਉਹਨਾਂ ਨੇ ਬਾਣੀ ਲਿਖੀ ਹੈ ਕਿ ਨਹੀਂ ਲਿਖੀ ਹੈ, ਉਹਨਾਂ ਨੇ ਤਾਂ ਬੇਅੰਤ ਥਾਵਾਂ 'ਤੇ ਮੁਕਾਬਲਾ ਕਰਕੇ ਗੱਲ ਸਮਝਾਇਆ ਕਿ ਇੱਕ ਹੈ ਪਾਥਰ ਕੀਜੈ ਭਉ, ਦੂਜਾ ਪਾਥਰ ਧਰੀਐ ਪਾਉ। ਇੱਕ ਪੱਥਰ ਨੂੰ ਭਾਈ ਤੁਸੀਂ ਅੰਦਰ ਰੱਖ ਦਿੱਤਾ ਮੰਦਰ ਦੇ, ਉਹਨੂੰ ਭਗਵਾਨ ਕਹਿ ਕੇ ਪੂਜਾ ਕਰਦੇ ਹੋ, ਮੂਰਤੀ ਬਣਾ ਲਈ ਹੈ, ਅਤੇ ਉਹਦੇ ਵਰਗਾ ਦੂਜਾ ਪੱਥਰ ਉਹ ਪੈਰਾਂ ਥੱਲੇ ਪਿਆ, ਅਸੀਂ ਉਹ 'ਤੇ ਪੈਰ ਰੱਖ ਕੇ ਸਾਫ਼ ਕਰਕੇ ਅੰਦਰ ਜਾਂਦੇ ਹਾਂ। ਪੱਥਰ ਤੇ ਦੋਵੇਂ ਇੱਕੋ ਜਿਹੇ ਨੇ। ਜੇ ਉਹ ਦਿਓ ਤਾਂ ਉਹ ਵੀ ਦੇਵਾ, ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਜੇ ਅੰਦਰਲਾ ਪੱਥਰ ਭਗਵਾਨ ਹੈ ਅਤੇ ਬਾਹਰਲਾ ਪੱਥਰ ਭਗਵਾਨ ਕਿਉਂ ਨਹੀਂ? ਇਹ ਬਿਲਕੁਲ ਸਖਤ ਸੁਚੱਜਾ ਤਰਕ ਹੈ, ਦਲੀਲ ਦੇ ਕੇ ਸਮਝਾਇਆ ਕਿ ਮੈਨੂੰ ਦੱਸ ਇਹਨਾਂ ਦੋਵਾਂ ਪੱਥਰਾਂ 'ਚ ਕੀ ਫਰਕ ਹੈ। ਇਹ ਤਰਕ ਨਹੀਂ ਹੈ, ਤਰਕ ਹੈ। ਇਸੇ ਤਰ੍ਹਾਂ ਜੋ ਤੋ ਬ੍ਰਾਹਮਣ ਬਾਹਮਣੀ ਜਾਇਆ ਤੋ ਆਨ ਬਾਠ ਕਾਹੇ ਨਹੀਂ ਆਇਆ। ਭਾਈ ਜੇ ਤੂੰ ਬਾਹਮਣ ਅਖਵਾਉਣਾ, ਉੱਚੀ ਜਾਤ ਵਾਲਾ ਅਖਵਾਉਣਾ, ਤਾਂ ਦੱਸ ਜਿਹੜੇ ਤਰੀਕੇ ਮਾਂ ਦੀ ਕੁੱਖ 'ਚੋਂ ਅਸੀਂ ਜੰਮੇ ਆ, ਕੀ ਤੂੰ ਉਸੇ ਤਰੀਕੇ ਨਹੀਂ ਜੰਮਿਆ? ਕੀ ਤੂੰ ਕਿਸੇ ਹੋਰ ਤਰੀਕੇ ਜੰਮਿਆ? ਹਮ ਕਤ ਬਾਹਮਣ ਤੁਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਤੂੰ ਬਾਹਮਣ ਕਿਵੇਂ ਬਣ ਗਿਆ, ਅਸੀਂ ਸ਼ੂਦਰ ਕਿਵੇਂ ਬਣ ਗਏ? ਕੀ ਸਾਡੀਆਂ ਨਾੜਾਂ 'ਚ ਤੇ ਖੂਨ ਵਗਦਾ ਅਤੇ ਤੇਰੀਆਂ ਨਾੜਾਂ 'ਚ ਦੁੱਧ ਵਗਦਾ? ਜੇ ਤਾਂ ਸਾਡਾ ਖੂਨ ਦਾ ਕੋਈ ਫਰਕ ਹੈ ਤਾਂ ਦੱਸ। ਇਹ ਸਾਰਾ ਕੁਝ ਦਲੀਲਾਂ 'ਤੇ ਆਧਾਰਿਤ ਹੈ। ਪਾਤੀ ਤੋੜੈ ਮਾਲਣੀ, ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋੜੈ ਸੋ ਪਾਹਨ ਨਿਰਜੀਓ। ਉਹ ਭਾਈ ਮਾਲੀ ਆਦਿਕ ਫੁੱਲ ਪੱਤੀਆਂ ਤੋੜ ਕੇ ਮੂਰਤੀ ਦੇ ਅਰਪਣ ਕਰਦਾ, ਪਰ ਜਿਹੜੇ ਫੁੱਲ ਪੱਤੀਆਂ ਤੋੜ ਰਿਹਾ ਉਹ ਤਾਂ ਜਿੰਦ ਜਾਨ ਵਾਲੇ ਨੇ। ਪਰ ਅੰਦਰ ਜਿਹੜਾ ਪੱਥਰ ਹੈ ਜਿਹਦੀ ਪੂਜਾ ਕੀਤੀ ਜਾ ਰਹੀ ਹੈ ਉਹ ਤਾਂ ਮੁਰਦਾ ਹੈ। ਉਹਦੀ ਪੂਜਾ ਕਰਨ ਦੀ ਕੀ ਲੋੜ ਹੈ? ਜੀਵਤ ਫੁੱਲਾਂ ਨੂੰ ਤੋੜ ਕੇ ਮੁਰਦੇ ਦੇ ਉੱਤੇ ਚੜ੍ਹਾਇਆ ਜਾ ਰਿਹਾ ਹੈ, ਮੁਰਦੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੂਰਖੋ, ਇਹੋ ਜਿਹੇ ਕੰਮ ਨਾ ਕਰੋ। ਇਹ ਸਾਰਾ ਕੁਝ ਤਰਕ 'ਤੇ ਆਧਾਰਿਤ ਤਾਂ ਹੈ। ਅਤੇ ਇਸੇ ਤਰ੍ਹਾਂ ਤੀਰਥਾਂ 'ਤੇ ਨਹਾਉਣਾ ਜਾਂ ਕੋਈ ਹੋਰ ਮੰਤਰ ਜਾਪ ਕਰਨਾ, ਪੂਜਾ ਪਾਠ ਕਰਨਾ, ਵਿਖਾਵਾ ਕਰਨਾ, ਹਰੇਕ ਗੱਲ ਨੂੰ ਗੁਰਬਾਣੀ ਦੇ ਵਿੱਚ ਦਲੀਲ ਦੇ ਨਾਲ ਤਰਕ 'ਤੇ ਆਧਾਰਿਤ ਸਮਝਾਇਆ ਗਿਆ। ਪਰ ਅੱਜ ਅਨਪੜ੍ਹਤਾ ਦੇ ਕਾਰਨ ਅਤੇ ਸਾਡੇ ਜਿਹੜੇ ਪ੍ਰਬੰਧਕ ਨੇ, ਸ਼੍ਰੋਮਣੀ ਕਮੇਟੀ ਅਤੇ ਹੋਰ ਗੁਰਦੁਆਰਿਆਂ ਦੇ ਪ੍ਰਬੰਧਕ, ਉਹਨਾਂ ਵੱਲੋਂ ਨਾ ਸਮਝੀ ਦੇ ਕਾਰਨ, ਖੁਦਗਰਜੀ ਦੇ ਕਾਰਨ ਇਹਨੂੰ ਤਰਕ 'ਤੇ ਆਧਾਰਿਤ ਪ੍ਰਚਾਰਕਾਂ ਵੱਲੋਂ ਸੰਗਤਾਂ ਤੱਕ ਪਹੁੰਚਾਇਆ ਨਹੀਂ ਗਿਆ। ਵਿਦਵਾਨਾਂ ਦੀਆਂ ਤਰਕ 'ਤੇ ਆਧਾਰਿਤ ਕਿਤਾਬਾਂ ਘੱਟ ਤੋਂ ਘੱਟ ਮਿਲਦੀਆਂ ਨੇ
ਤੇ ਜਿਹੜੀਆਂ ਕਿਤਾਬਾਂ ਵੀ ਨੇ ਉਹ ਅੰਧ ਵਿਸ਼ਵਾਸ ਦੇ ਵਿੱਚ ਡੁੱਬੀਆਂ ਹੋਈਆਂ। ਸ਼ਰਧਾ ਰੱਖੋ, ਸਿਮਰਨ ਕਰੋ ਤੇ ਨਗਰ ਕੀਰਤਨ ਕੱਢ ਲਓ ਤੇ ਜਿਹੜਾ ਗੁਰਦੁਆਰਿਆਂ 'ਚ ਕੀਰਤਨ ਕਰ ਲਓ, ਰਹਿਣ ਸਵਾਈ ਕੀਰਤਨ ਕਰ ਲਓ, ਸਿਮਰਨ ਕਰ ਲਓ। ਇਹਨਾਂ ਗੱਲਾਂ ਦੇ ਵਿੱਚ ਸਾਨੂੰ ਗਰਕ ਕਰ ਦਿੱਤਾ ਹੈ ਤੇ ਇਹ ਚੀਜ਼ਾਂ ਦੀ ਬਿਲਕੁਲ ਲੋੜ ਨਹੀਂ ਸੀ। ਸਾਨੂੰ ਲੋੜ ਹੈ ਗੁਰਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ ਨੂੰ ਵਿਗਿਆਨਕ ਆਧਾਰ ਤੇ, ਤਰਕ ਦੇ ਆਧਾਰ ਤੇ ਉਸ ਰਾਹ ਤੇ ਚਲਾਉਣਾ ਜਿਹੜਾ ਸਾਡੇ ਵਾਸਤੇ ਅਤੇ ਸਮਾਜ ਦੇ ਵਾਸਤੇ ਫਾਇਦੇਮੰਦ ਹੈ। ਨਹੀਂ ਤਾਂ ਅੰਨ੍ਹੇਵਾਹ ਬਹੁਤ ਪੂਜਾ ਕਰ ਲਈ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਦੀ, ਬਹੁਤ ਪੂਜਾ ਕਰ ਲਈ ਹੈ ਮੜੀਆਂ ਦੀ, ਕਬਰਾਂ ਦੀ, ਬਹੁਤ ਪੂਜਾ ਕਰ ਲਈ ਹੈ ਮਨੁੱਖਾਂ ਦੀ, ਪਸ਼ੂਆਂ ਪੰਛੀਆਂ ਦੀ, ਰੁੱਖਾਂ ਬਿਰਖਾਂ ਦੀ। ਉਹਨਾਂ ਦੀ ਪੂਜਾ ਕਿਸੇ ਕੰਮ ਨਹੀਂ। ਇਹ ਜਿਹੜਾ ਕੋਈ ਆਲੇ ਦੁਆਲੇ ਸਾਨੂੰ ਅੰਧ ਵਿਸ਼ਵਾਸ ਵਾਲਾ ਦਿਸ ਰਿਹਾ, ਇਹ ਸਾਰਾ ਮੂਰਖਤਾ ਦੇ ਕਾਰਨ ਹੈ। ਇਹਦੇ ਵਿੱਚ ਗੁਰਬਾਣੀ ਦਾ ਤੱਤ ਉੱਕਾ ਹੀ ਨਹੀਂ ਹੈ। ਗੁਰਬਾਣੀ ਤਾਂ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਦੀ ਹੈ ਪੂਰੀ ਦਲੀਲ ਦੇ ਨਾਲ, ਤੇ ਗੁਰਬਾਣੀ ਪੂਰੀ ਤਰ੍ਹਾਂ ਤਰਕ ਤੇ ਆਧਾਰਿਤ ਗੱਲ ਕਰਦੀ ਹੈ, ਪਰ ਨਾ ਸਮਝੀ ਦੇ ਕਾਰਨ ਅਸੀਂ ਇਹਦੇ ਅਨੁਸਾਰ ਆਪਣੀ ਜ਼ਿੰਦਗੀ ਚਲਾ ਨਹੀਂ ਸਕੇ। ਸੋ ਗੁਰਬਾਣੀ ਪੂਰੀ ਤਰ੍ਹਾਂ ਵਿਗਿਆਨਕ ਢੰਗ ਨਾਲ ਸਾਨੂੰ ਜ਼ਿੰਦਗੀ ਜਿਉਣ ਦਾ ਉਪਦੇਸ਼ ਕਰਦੀ ਹੈ। ਸਵਾਲ ਨੰਬਰ 380 ਭਾਈ ਅਜਮੇਰ ਸਿੰਘ, ਬੁਰਜ ਕਲਾਲਾ। ਇਹਨਾਂ ਦਾ ਸਵਾਲ ਹੈ, ਭਗਤ ਰਵਿਦਾਸ ਜੀ ਨੇ ਗੰਗਾ ਵਿੱਚ ਪੱਥਰੀ ਤਾਰੀ ਸੀ, ਕੀ ਇਹ ਸੱਚ ਹੈ? ਇਹ ਕਰਾਮਾਤ ਕਿਵੇਂ ਵਾਪਰ ਗਈ? ਗੁਰੂ ਪਿਆਰ ਵਾਲਿਓ, ਅੱਜ ਵੀ ਵਿਸ਼ੇਸ਼ ਥਾਵਾਂ 'ਤੇ ਸ਼ੂਦਰਾਂ ਨੂੰ ਗੰਗਾ ਆਦਿਕ ਤੀਰਥਾਂ 'ਤੇ ਇਸ਼ਨਾਨ ਨਹੀਂ ਕਰਨ ਦਿੱਤਾ ਜਾਂਦਾ। ਭਗਤ ਰਵਿਦਾਸ ਜੀ ਨੂੰ ਕੀ ਲੋੜ ਪਈ ਸੀ ਉੱਥੇ ਜਾਣ ਦੀ? ਅਤੇ ਜੇ ਉਹ ਚਲੇ ਵੀ ਜਾਂਦੇ ਤੇ ਤਾਂ ਉਹਨਾਂ ਨੂੰ ਉੱਥੇ ਕਿਸੇ ਨੇ ਵੀ ਇਸ਼ਨਾਨ ਨਹੀਂ ਸੀ ਕਰਨ ਦੇਣਾ। ਗੁਰਬਾਣੀ ਅਤੇ ਬਾਕੀ ਭਗਤ ਸਾਹਿਬਾਨ ਜੋ ਅੱਜ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਾਡੇ ਸਾਹਮਣੇ ਹੈ, ਇਹ ਤੀਰਥਾਂ ਨੂੰ, ਜਾਤਾਂ ਪਾਤਾਂ ਨੂੰ, ਕਰਾਮਾਤਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ। ਇਹ ਕਹਾਣੀਆਂ ਬਹੁਤ ਮਗਰੋਂ ਘੜੀਆਂ ਗਈਆਂ ਨੇ, ਜਦੋਂ ਰਵਿਦਾਸ ਜੀ ਬਹੁਤ ਮਸ਼ਹੂਰ ਹੋ ਗਏ, ਉਹਨਾਂ ਦਾ ਚਾਰੇ ਪਾਸੇ ਸਤਿਕਾਰ ਫੈਲ ਗਿਆ, ਤਾਂ ਪੁਜਾਰੀ ਤਬਕੇ ਨੇ ਚਾਲਬਾਜ਼ੀਆਂ ਦੇ ਨਾਲ ਇਹੋ ਜਿਹੀਆਂ ਕਹਾਣੀਆਂ ਘੜੀਆਂ ਕਿ ਗੰਗਾ ਜਾਣ ਵਾਲੇ ਕੁਝ ਬ੍ਰਾਹਮਣ, ਕੁਝ ਯਾਤਰੂ ਆਏ, ਉਹ ਰਵਿਦਾਸ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਵੀ ਸਾਡੇ ਨਾਲ ਗੰਗਾ ਚੱਲੋ। ਉਹ ਕਹਿੰਦੇ ਮੈਂ ਤਾਂ ਨਹੀਂ ਜਾਣਾ, ਆਹ ਤੁਸੀਂ ਮੇਰੇ ਵੱਲੋਂ ਕੋਈ ਤੋਹਫਾ ਹੈ ਅਤੇ ਇਹ ਗੰਗਾ ਨੂੰ ਭੇਟ ਕਰ ਦਿਓ, ਪਰ ਗੰਗਾ ਜੇ ਆਪਣਾ ਹੱਥ ਬਾਹਰ ਕੱਢ ਕੇ ਇਹ ਮੇਰਾ ਤੋਹਫਾ ਭੇਟਾ ਲਵੇ ਤਾਂ ਤੁਸੀਂ ਦੇਣਾ, ਨਹੀਂ ਤਾਂ ਐਵੇਂ ਨਹੀਂ ਦੇਣਾ। ਕਹਿੰਦੇ ਬਾਕੀ ਤਾਂ ਪਾਣੀ ਦੇ ਵਿੱਚ ਆਪਣੇ ਤੋਹਫੇ ਐਵੇਂ ਸਿੱਟੀ ਜਾਂਦੇ ਸੀ, ਪਰ ਉਹਨਾਂ ਯਾਤਰੂਆਂ ਨੇ ਜਦੋਂ ਰਵਿਦਾਸ ਜੀ ਵਾਲਾ ਤੋਹਫਾ ਗੰਗਾ ਨੂੰ ਦੇਣ ਵਾਸਤੇ ਉੱਥੇ ਹੱਥ ਵਧਾਇਆ ਅਤੇ ਨਾਲ ਅਰਦਾਸ ਕੀਤੀ ਕਿ ਗੰਗਾ ਮਈਆ ਤੂੰ ਇਹ ਤੋਹਫਾ ਉਹਨਾਂ ਦਾ ਲੈ ਲੈ, ਅਤੇ ਉਹਨੇ ਕਹਿੰਦੇ ਹੱਥ ਕੱਢ ਕੇ ਤੋਹਫਾ ਪ੍ਰਾਪਤ ਕੀਤਾ। ਅਤੇ ਫਿਰ ਕੁਝ ਨੇ ਤਾਂ ਕਹਾਣੀਆਂ ਇਹ ਵੀ ਪਾਰਖੀਆਂ ਨੇ ਕਿ ਕਈਆਂ ਨੇ ਪੁੱਛਿਆ ਕਿ ਰਵਿਦਾਸ ਜੀ ਤੁਸੀਂ ਉੱਥੇ ਗੰਗਾ ਨਹੀਂ ਗਏ, ਇਕੱਲਾ ਤੋਹਫਾ ਭੇਜਤਾ? ਕਹਿੰਦੇ ਉਹਨਾਂ ਨੇ ਆਪਣੀ ਜਿੱਥੇ ਬੈਠ ਕੇ ਉਹ ਪੱਥਰ ਰੱਖਿਆ ਸੀ, ਜੁੱਤੀਆਂ ਬਣਾਉਂਦੇ ਸੀ ਜਾਂ ਮੁਰੰਮਤ ਕਰਦੇ ਸੀ, ਕਹਿੰਦੇ ਉਹ ਪੱਥਰ ਚੱਕਿਆ ਅਤੇ ਥੱਲਿਓਂ ਗੰਗਾ ਵਗਦੀ ਵਿਖਾ ਦਿੱਤੀ। ਕਹਿਣ ਲੱਗੇ ਭਾਈ ਉੱਥੇ ਜਾਣ ਦੀ ਕੀ ਲੋੜ ਹੈ, ਮੇਰੇ ਤਾਂ ਇੱਥੇ ਥੱਲਿਓਂ ਦੀ ਗੰਗਾ ਵਗੀ ਜਾਂਦੀ ਹੈ, ਹੱਦ ਹੋ ਗਈ ਹੈ। ਇਹ ਪਾਗਲਪਣ ਸਾਨੂੰ ਬਾਅਦ ਦੇ ਵਿੱਚ ਸੁਣਾਇਆ ਗਿਆ, ਰਵਿਦਾਸ ਜੀ ਨਾਲ ਜੋੜਿਆ ਗਿਆ, ਜਦੋਂ ਕਿ ਨਿਰਾ ਝੂਠ ਹੈ, ਕੁਫਰ ਹੈ। ਅੱਜ ਤੱਕ ਵੀ ਮੰਦਰਾਂ ਦੇ ਵਿੱਚ ਸ਼ੂਦਰਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ। 21ਵੀਂ ਸਦੀ ਵਿਗਿਆਨਕ ਯੁੱਗ ਹੈ, ਫਿਰ ਵੀ ਸ਼ੂਦਰਾਂ ਨੂੰ ਬਰਾਬਰ ਦੇ ਇਨਸਾਨ ਅੱਜ ਤੱਕ ਨਹੀਂ ਮੰਨਿਆ ਜਾਂਦਾ। ਅਤੇ ਉਹਨਾਂ ਜ਼ਮਾਨਿਆਂ 'ਚ ਭਗਤ ਰਵਿਦਾਸ ਜੀ ਦਾ ਤੋਹਫਾ ਜਾਂ ਗੰਗਾ 'ਤੇ ਜਾਣਾ ਜਾਂ ਪ੍ਰਗਟ ਹੋ ਕੇ ਗੰਗਾ ਦਾ ਉਹਨਾਂ ਤੋਂ ਤੋਹਫਾ ਲੈਣਾ ਜਾਂ ਉਹਨਾਂ ਦੇ ਪੱਥਰ ਦੇ ਹੇਠੋਂ ਦੀ ਗੰਗਾ ਵਗਣਾ, ਇਹ ਝੂਠ 'ਤੇ ਆਧਾਰਿਤ ਕਹਾਣੀਆਂ ਬਾਅਦ ਦੇ ਵਿੱਚ ਘੜੀਆਂ ਗਈਆਂ ਨੇ, ਕਿਉਂਕਿ ਰਵਿਦਾਸ ਜੀ ਬਹੁਤ ਮਹਾਨ ਹੋ ਗਏ ਨੇ। ਇਸ ਕਰਕੇ ਉਹਨਾਂ ਦੇ ਨਾਲ ਵੀ ਕਹਾਣੀ ਜੋੜ ਦਿਓ ਕਿ ਉਹ ਵੀ ਗੰਗਾ ਨੂੰ ਮੰਨਦੇ ਸੀ। ਗੰਗਾ ਨੇ ਉਹਨਾਂ ਨੂੰ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਜਾਂ ਉਹਨਾਂ ਦੇ ਤੋਹਫੇ ਲਏ, ਜਾਣੀ ਕਿ ਸਮਾਜ ਨੂੰ ਬੇਵਕੂਫ ਬਣਾਓ ਕਿ ਤੁਸੀਂ ਵੀ ਗੰਗਾ ਵਾਲੇ ਰਾਹ ਪਏ ਰਹੋ ਅਤੇ ਚੁੱਭੀਆਂ ਲਾਉਂਦੇ ਰਹੋ, ਅਕਲ ਦਾ ਖਾਨਾ ਆਪਣਾ ਬੰਦ ਰੱਖੋ। ਇਹਨਾਂ ਦਰਿਆਵਾਂ 'ਚੋਂ, ਤੀਰਥਾਂ 'ਚੋਂ ਕੁਛ ਨਹੀਂ ਨਿਕਲਣਾ। ਗੰਗਾ ਨੂੰ, ਜਮਨਾ ਨੂੰ ਸਾਫ਼ ਕਰਨ ਵਾਸਤੇ ਸਰਕਾਰਾਂ ਚੀਕ ਕੇ ਸ਼ੋਰ ਮਚਾ ਰਹੀਆਂ ਨੇ ਕਿ ਇਹ ਪਾਣੀ ਇਹਨਾਂ ਦਾ ਬਹੁਤ ਗੰਦਾ ਹੋ ਗਿਆ। ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਨੂੰ ਅਰਬਾਂ ਰੁਪਈਏ ਦੇ ਠੇਕੇ ਦਿੱਤੇ ਨੇ ਸਰਕਾਰਾਂ ਨੇ ਕਿ ਗੰਗਾ ਨੂੰ ਸਾਫ਼ ਕਰ ਦਿਓ, ਪਾਣੀ ਬਹੁਤ ਗੰਦਾ, ਪੀਣ ਯੋਗ ਜਾਂ ਵਰਤਣ ਯੋਗ ਨਹੀਂ ਰਿਹਾ। ਜਿਹੜੀ ਪਾਣੀ ਆਪ ਗੰਗਾ ਦਾ ਮੈਲਾ ਹੋ ਗਿਆ, ਉਹ ਲੋਕਾਂ ਦੇ ਪਾਪ ਧੋਣ ਵਾਸਤੇ ਸਾਫ਼ ਕਿਵੇਂ ਹੈ? ਲੋਕਾਂ ਦੇ ਪਾਪ ਕਿਵੇਂ ਧੋਵੇਗਾ? ਪਿਆਰਿਓ, ਪਾਣੀ ਭਾਵੇਂ ਸਾਫ਼ ਵੀ ਹੋਵੇ, ਪਾਪ ਧੋਣ ਦੇ ਨਾਲ ਇਹਦਾ ਕੋਈ ਸੰਬੰਧ ਨਹੀਂ। ਪਾਣੀ ਚਿੱਤ ਨਾ ਧੋ ਪਈ, ਮੁਖ ਪੀਤਾ ਤਿਖ ਜਾਏ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ
ਪਾਣੀ ਨਾਲ ਚਿੱਤ, ਮਨ, ਦਿਮਾਗ ਨਹੀਂ ਧੋਤਾ ਜਾ ਸਕਦਾ। ਪਾਣੀ ਪੀਣ ਦੇ ਨਾਲ ਪਿਆਸ ਬੁਝਾਈ ਜਾ ਸਕਦੀ ਹੈ। ਪਾਣੀ ਚਿੱਤ ਨਾ ਧੋ ਪਈ, ਮੁਖ ਪੀਤਾ ਤਿਖ ਜਾਏ। ਤੋ ਇਸ ਤਰ੍ਹਾਂ ਦੀਆਂ ਪੰਕਤੀਆਂ ਬੇਅੰਤ ਨੇ। ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਮੈਂ ਤੀਰਥਾਂ ਤੇ ਕਾਹਦੇ ਵਾਸਤੇ ਜਾਵਾਂ? ਸ਼ਬਦ ਦੀ ਵਿਚਾਰ ਕਰਨੀ, ਅਕਲਮੰਦ ਬਣਨਾ ਮੇਰੇ ਵਾਸਤੇ ਇਹੋ ਹੀ ਤੀਰਥ ਇਸ਼ਨਾਨ ਹੈ। ਮੈਂ ਪਾਣੀ ਦੇ ਵਿੱਚ ਜਾ ਕੇ ਚੁੱਭੀਆਂ ਨਹੀਂ ਲਾਉਣੀਆਂ, ਸਮਾਂ ਬਰਬਾਦ ਨਹੀਂ ਕਰਨਾ, ਇਹਨਾਂ ਪੁਜਾਰੀਆਂ ਦੇ ਹਵਾਲੇ ਆਪਣਾ ਧਨ ਪਦਾਰਥ ਨਹੀਂ ਕਰਨਾ। ਇਹ ਸਾਰਾ ਕੁਝ ਪੁਜਾਰੀ ਨੇ ਆਪਣੀ ਲੁੱਟ ਕਾਇਮ ਰੱਖਣ ਵਾਸਤੇ, ਕੋਈ ਰਵਿਦਾਸ ਜੀ ਨਾਲ, ਕੋਈ ਕਬੀਰ ਜੀ ਨਾਲ, ਤਾਂ ਬਾਕੀ ਗੁਰੂ ਸਾਹਿਬਾਨਾਂ ਦੇ ਨਾਲ ਇਹੋ ਜਿਹੀਆਂ ਝੂਠ ਕਹਾਣੀਆਂ ਜੋੜੀਆਂ ਨੇ। ਗੰਗਾ ਦਰਿਆ ਹੈ ਅਤੇ ਦਰਿਆਵਾਂ ਦੇ ਵਿੱਚੋਂ ਔਰਤਾਂ ਨਹੀਂ ਹੁੰਦੀਆਂ। ਔਰਤ ਪਾਣੀ ਤੋਂ ਵਿੱਚੋਂ ਔਰਤ ਬਣ ਕੇ ਗੰਗਾ ਮਈਆ ਬਾਹਰ ਨਹੀਂ ਆ ਸਕਦੀ। ਇਹ ਸਾਰਾ ਕੁਝ ਕੁਫਰ 'ਤੇ ਆਧਾਰਿਤ ਹੈ। ਇਹਨਾਂ ਦਾ ਗਲੋਂ ਲਾਹ ਦਿਓ ਇਹਨਾਂ ਨੂੰ। ਅਸੀਂ ਇਹਨਾਂ ਦੀ ਨਹੀਂ ਪੂਜਾ ਕਰਨੀ, ਅਸੀਂ ਇਹਨਾਂ ਨੂੰ ਨਹੀਂ ਮੰਨਦੇ। ਅਤੇ ਤੁਸੀਂ ਆਪ ਹੀ ਕਹਾਣੀਆਂ 'ਚ ਸਾਖੀਆਂ ਸੁਣਿਆ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਗੰਗਾ ਦਾ ਪਾਣੀ ਆਪਣੇ ਖੇਤਾਂ ਨੂੰ ਦੇਣ ਦਾ ਉਦੋਂ ਯਤਨ ਕੀਤਾ ਸਾਖੀ ਮੁਤਾਬਕ। ਤਾਂ ਉੱਥੇ ਜਦੋਂ ਪੁਜਾਰੀਆਂ ਨੇ ਕਿਹਾ ਕਿ ਪਾਣੀ ਤਾਂ ਤੁਹਾਡਾ ਇੱਥੇ ਡਿੱਗਦਾ, ਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੁਹਾਡਾ ਫਿਰ ਸੂਰਜ ਨੂੰ ਪਾਣੀ ਪਹੁੰਚਦਾ, ਤੁਹਾਡਾ ਵੀ ਤਾਂ ਇੱਥੇ ਡਿੱਗਦਾ, ਅਤੇ ਤੁਸੀਂ ਆਪਣਾ ਕਿਉਂ ਨਹੀਂ ਦੇਖਦੇ ਵੀ ਤੁਹਾਡਾ ਪਾਣੀ ਇੱਥੇ ਡਿੱਗ ਰਿਹਾ? ਗੱਲ ਕੀ ਸਾਨੂੰ ਬੇਅੰਤ ਤਰੀਕਿਆਂ ਨਾਲ ਸਮਝਾਇਆ। ਸੋ ਆਪਣੇ ਆਪ ਨੂੰ ਵਿਕਸਿਤ ਕਰੀਏ, ਅਕਲਮੰਦ ਬਣਾਈਏ। ਇਹ ਤੀਰਥਾਂ ਦੀ ਪੂਜਾ, ਪੱਥਰਾਂ ਦੀ ਪੂਜਾ ਅਤੇ ਹੋਰਨਾਂ ਅਨੇਕਾਂ ਤਰ੍ਹਾਂ ਦੀ ਪੂਜਾ, ਇਹਦੇ ਤੋਂ ਆਪਣੇ ਆਪ ਨੂੰ ਮੁਕਤ ਕਰੀਏ। ਤੋ ਅੱਜ ਦਾ 37ਵਾਂ ਐਪੀਸੋਡ ਇੱਥੇ ਸਮਾਪਤ ਹੁੰਦਾ। ਤਤ ਗੁਰਮਤ ਗਿਆਨ YouTube ਚੈਨਲ TV 'ਤੇ ਤੁਸੀਂ ਇਹ ਸਾਰਾ ਕੁਝ ਸੁਣ ਵੇਖ ਸਕਦੇ ਹੋ। ਦਾਸ ਇੰਦਰ ਸਿੰਘ ਘੱਗਾ ਇਹ ਜਿੰਨੀ ਕੁ ਸੇਵਾ ਹੋ ਸਕਦੀ ਹੈ ਇਸ ਪੱਖ ਤੋਂ ਕਰਨ ਦਾ ਉਪਰਾਲਾ ਕਰ ਰਿਹਾ। ਤੁਹਾਡੇ ਵੱਲੋਂ ਜੋ ਸਹਿਯੋਗ ਮਿਲ ਰਿਹਾ ਹੈ, ਪਸੰਦ ਕੀਤੇ ਜਾ ਰਹੇ ਨੇ ਸਵਾਲ ਜਵਾਬ ਐਪੀਸੋਡ ਨੂੰ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਆਸ ਕਰਦੇ ਹਾਂ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹੋਗੇ। ਹੋਈਆਂ ਭੁੱਲਾਂ ਚੁੱਕਣ ਲਈ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।